ਮਾਤਾਵਾਂ ਦੇ ਭੈਣਾਂ ਦੇ ਸੁਪਨੇ ਸੀ ਉਹ ਵੀ ਚਕਨਾਚੂਰ ਹੋ ਗਏ। ਤਾਂ ਫਿਰ ਉਹਨਾਂ ਨੂੰ ਇੱਕੋ ਹੀ ਹੁਣ ਸਾਨੂੰ ਇਹ ਰਾਹ ਮਿਲਿਆ ਹੈ ਵੀ ਜੇ ਅਸੀਂ ਸਾਰੇ ਜਥੇਬੰਦ ਹੋ ਕੇ ਸੰਘਰਸ਼ ਕਰਾਂਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੋਟੀ ਖਾ ਸਕਾਂਗੇ, ਤੇ ਨਹੀਂ ਤਾਂ ਸਰਕਾਰ ਨੇ ਸਾਨੂੰ ਭਿਖਾਰੀ ਬਣਾ ਦੇਣਾ। ਕੋਈ ਟੁੱਟਣ ਵਾਲਾ ਨਹੀਂ, ਸਾਰਿਆਂ ਦਾ ਇੱਕੋ ਮੁੱਦਾ, ਇੱਕੋ ਤਰ੍ਹਾਂ ਚੱਲਦੇ ਆ, ਸਾਰਿਆਂ ਦੀ ਇੱਕੋ ਮੀਟਿੰਗ ਹੁੰਦੀ ਆ। ਜਿਹੜਾ ਸੰਯੁਕਤ ਕਿਸਾਨ ਮੋਰਚਾ ਜੇ ਉੱਥੋਂ ਜਿਹੜਾ ਮੈਸੇਜ ਆਉਂਦਾ ਉਹੀ ਚੱਲਦੇ ਆ। ਪਰ ਕਿਸਾਨ ਆ ਜਿਹੜਾ ਜਾਗਰਿਤ ਹੋ ਚੁੱਕਾ ਵੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਕਦੇ ਵੀ ਕਿਸਾਨ ਦਾ ਭਲਾ ਨਹੀਂ ਕਰ ਸਕਦੀਆਂ। ਜੇ ਕਿਸਾਨ ਦਾ ਭਲਾ ਹੋ ਸਕਦਾ ਤਾਂ ਇੱਕੋ ਇੱਕ ਸੰਘਰਸ਼ਾਂ ਦਾ ਰਾਹ ਜੋ ਦਿੱਲੀ ਦੀਆਂ ਬਰੂਹਾਂ ਤੇ ਲੋਕ ਡਟੇ ਹੋਏ ਆ ਤਾਂ ਉੱਥੇ ਮੋਰਚੇ ਜਿੱਤੇ ਜਾ ਸਕਦੇ ਆ, ਅਸੀਂ ਆਪਦੇ ਹੱਕ ਪ੍ਰਾਪਤ ਕਰ ਸਕਦੇ ਆ। ਉਹੀ ਗੱਲ ਆਪਣੀ ਹੁੰਦੀ ਆ, ਲੋਕ ਚਾਪਲੂਸ ਦੀ ਮਤਲਬ ਲੋਕਾਂ ਨੂੰ ਆਦਤ ਆ, ਉਹ ਕਰਦੇ ਹੀ ਕਰਦੇ ਆ, ਹੁਣ ਵੀ ਕਰਦੇ ਹੀ ਰਹਿਣਗੇ। ਉਹ ਤਾਂ ਜਿਹੜੇ ਜਥੇਬੰਦੀਆਂ ਉਹ ਅੱਜ ਵੀ ਨਹੀਂ ਕਰਦੀਆਂ, ਕੱਲ੍ਹ ਵੀ ਨਹੀਂ ਕਰਦੀਆਂ। ਕੁਝ ਪਰਸੈਂਟ ਜਿਹੜੇ ਬੰਦੇ ਹੁੰਦੇ ਆ ਦੂਜੀ ਜਨਤਾ ਨੂੰ ਮਗਰ ਲਾ ਲੈਂਦੇ ਆ। ਲਗਭਗ ਜਿਹੜਾ 6 ਕਰੋੜ ਦੇ ਲਗਭਗ ਜਿਹੜੇ ਕਿਸਾਨ ਹੈਗੇ ਆ, ਜੇਕਰ ਉਹ ਮਜ਼ਦੂਰ ਬਣ ਜਾਂਦੇ ਆ ਤੇ ਜਿਹੜੇ ਪਹਿਲਾਂ ਹੀ ਮਜ਼ਦੂਰ ਨੇ ਤਾਂ ਉਹ ਬੇਰੁਜ਼ਗਾਰ ਜ਼ਿਆਦਾ ਹੋ ਜਾਣਗੇ, ਕਿਉਂਕਿ ਦਿਹਾੜੀ ਕਿਤੇ ਨਹੀਂ ਮਿਲਣੀ ਤੇ ਜਿਹੜੇ ਛੋਟਾ ਕਿਸਾਨ ਆ ਉਹ ਵੀ ਦਿਹਾੜੀ ਕਰ ਲਈ ਮਜਬੂਰ ਹੋ ਜਾਊਗਾ। ਪੰਜਾਬ ਸਟਾਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਤੇ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀ ਕਪੂਰਾ ਵਿਖੇ ਹਾਜ਼ਰ ਹਾਂ। ਇਸ ਪਿੰਡ ਵਿੱਚ ਆਉਣ ਦਾ ਵਿਸ਼ੇਸ਼ ਕਾਰਨ ਇਹ ਹੈਗਾ ਜੀ, ਇਹ ਪਿੰਡ ਦਾ ਜਿਹੜਾ ਅਕਸ ਹੈ ਉਹ ਕਿਸਾਨੀ ਆਗੂਆਂ ਨੂੰ ਦੇ ਨਾਲ ਸੰਬੰਧ ਰੱਖਦਾ ਤੇ ਇਹ ਪਿੰਡ ਦੇ ਜਿਹੜੇ ਲੋਕ ਹੈ ਉਹ ਕਿਸਾਨ ਯੂਨੀਅਨਾਂ ਦੇ ਨਾਲ ਬਹੁਤ ਜ਼ਿਆਦਾ ਗੂੜਾ ਸੰਬੰਧ ਰੱਖਦੇ ਆ ਤੇ ਇਹਨਾਂ ਦਾ ਇੰਨਾ ਕੁ ਪਿਆਰ ਹੈ ਕਿਸਾਨ ਯੂਨੀਅਨਾਂ ਦੇ ਨਾਲ ਕਿ ਇਹ ਲੋਕ ਇੰਨੇ ਧੜੱਲੇ ਦੇ ਨਾਲ ਕਿਸਾਨ ਯੂਨੀਅਨ ਦੇ ਨਾਲ ਖੜਦੇ ਆ ਇਹ ਪਿੰਡ ਦੇ ਲੋਕ ਕਿ ਉਹ ਇੱਥੋਂ ਦੇ ਇਸੇ ਪਿੰਡ ਦੇ ਜਿਹੜੇ ਅਹੁਦੇ ਆ ਕਿਸਾਨ ਯੂਨੀਅਨਾਂ ਦੇ ਅਹੁਦੇ ਉਹ ਇਸੇ ਪਿੰਡ ਦੇ ਵਿੱਚ ਬਹੁਤ ਸਾਰੇ ਅਹੁਦੇ ਜ਼ਿਲ੍ਹੇ ਦੇ ਅਹੁਦੇ ਵੀ ਇਸੇ ਪਿੰਡ ਦੇ ਆਗੂਆਂ ਨੂੰ ਮਿਲੇ ਹੋਏ ਆ। ਤੇ ਅਸੀਂ ਅੱਜ ਇਹਨਾਂ ਨਾਲ ਗੱਲ ਕਰਾਂਗੇ ਕਿ ਇਸ ਪਿੰਡ ਵਿੱਚ ਕੀ ਕਾਰਨ ਹੈ ਕਿ ਕਿਸਾਨ ਯੂਨੀਅਨਾਂ ਦਾ ਇੰਨਾ ਬੋਲਬਾਲਾ ਹੈ। ਇੱਥੇ ਸਾਡੇ ਨਾਲ ਅੱਜ ਹਾਜ਼ਰ ਹੋਣਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ। ਇਹ ਸਾਰੇ ਇੱਥੇ ਅੱਜ ਸਾਡੇ ਨਾਲ ਵਿਚਾਰ ਚਰਚਾ ਦੇ ਵਿੱਚ ਹਾਜ਼ਰ ਹੋਣਗੇ ਤੇ ਇਹਨਾਂ ਤੋਂ ਅਸੀਂ ਜਾਣਾਂਗੇ ਕਿ ਭਾਰਤੀ ਕਿਸਾਨ ਯੂਨੀਅਨਾਂ ਦਾ ਇਸ ਕਿਸਾਨ ਅੰਦੋਲਨ ਦੇ ਵਿੱਚ ਅੱਗੇ ਕੀ ਹੋਰ ਵੀ ਇਹਨਾਂ ਦੇ ਪ੍ਰੋਗਰਾਮ ਹੈ ਤੇ ਅੱਗੇ ਕੀ ਪਲਾਨਿੰਗ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਆਪਾਂ ਇਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਹਾਂ, ਕਿਸਾਨ ਮੁੱਦਿਆਂ ਦੇ ਉੱਪਰ ਇਹਨਾਂ ਤੋਂ ਜਾਣਾਂਗੇ ਤੇ ਕਿਸਾਨਾਂ ਦੇ ਜਿਹੜੇ ਇਹ ਯੂਨੀਅਨ ਹੈਗੀਆਂ ਉਹ ਕਈ ਮੁੱਦਿਆਂ ਤੇ ਆਪ ਵੀ ਇੱਕ ਨਹੀਂ ਹੈਗੀਆਂ। ਅਸੀਂ ਇਹਨਾਂ ਤੋਂ ਇਹਨਾਂ ਗੱਲਾਂ ਬਾਰੇ ਵੀ ਜਾਣਾਂਗੇ ਕਿ ਅਗਰ ਜੇ ਅਸੀਂ ਗੱਲ ਹੀ ਕਿਸਾਨੀ ਦੀ ਕਰਦੇ ਹਾਂ, ਗੱਲ ਹੀ ਕਿਸਾਨਾਂ ਦੇ ਹਿੱਤ ਦੀ ਕਰਦੇ ਹਾਂ ਤਾਂ ਅਸੀਂ ਇੱਕ ਕਿਉਂ ਨਹੀਂ ਹੋ ਸਕਦੇ। ਆਓ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਦੇ ਆਗੂਆਂ ਦੇ ਨਾਲ। ਅੱਜ ਅਸੀਂ ਗੱਲ ਕਰਾਂਗੇ ਡਾਕਟਰ ਜਲੰਧਰ ਸਿੰਘ ਜੀ ਦੇ ਨਾਲ। ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ ਤੇ ਇਹਨਾਂ ਤੋਂ ਜਾਣਾਂਗੇ ਕਿ ਇਸ ਪਿੰਡ ਦਾ ਕਿਸਾਨ ਯੂਨੀਅਨਾਂ ਦੇ ਨਾਲ ਇੰਨਾ ਪਿਆਰ ਕਿਉਂ ਹੈ ਤੇ ਕਿਸਾਨ ਯੂਨੀਅਨਾਂ ਦੇ ਨਾਲ ਇਸ ਪਿੰਡ ਦੇ ਲੋਕ ਇੰਨਾ ਖੜਦੇ ਕਿਉਂ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ। ਡਾਕਟਰ ਸਾਹਿਬ ਇਸ ਪਿੰਡ ਦਾ ਇੰਨਾ ਲਗਾਅ ਕਿਉਂ ਹੈ ਕਿਸਾਨ ਯੂਨੀਅਨਾਂ ਦੇ ਨਾਲ? ਸਭ ਤੋਂ ਪਹਿਲਾਂ ਤਾਂ ਮੈਂ ਜੀ ਸਟਾਰ ਟੀਵੀ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਨਗਰ ਰੋੜੀ ਕਪੂਰਾ ਨੂੰ ਚੁਣਿਆ ਤੇ ਵੱਖ-ਵੱਖ ਜੋ ਵਿਚਾਰ ਹੈ ਯੂਨੀਅਨਾਂ ਦੇ ਉਹ ਤੁਸੀਂ ਸਾਥੋਂ ਲਏ ਹਨ। ਇਸ ਨਗਰ ਰੋੜੀ ਕਪੂਰੇ ਦਾ ਜੋ ਯੂਨੀਅਨ ਦੇ ਨਾਲ ਬਹੁਤ ਪਿਆਰ ਹੈ, ਇਹ ਅਸੀਂ ਵਡਭਾਗੇ ਹਾਂ। ਫਰੀਦਕੋਟ ਜ਼ਿਲ੍ਹੇ ਦਾ ਸਾਡਾ ਬਹੁਤ ਹੀ ਵੱਡਾ ਨਗਰ ਹੈ ਤੇ ਸਾਨੂੰ ਸਭ ਤੋਂ ਵੱਧ ਮਾਣ ਪ੍ਰਾਪਤ ਹੈ ਵੀ ਇਸ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਨਗਰ ਰੋੜੀ ਕਪੂਰਾ ਦੇ ਜਿਹੜੇ ਵੀ ਕਿਸਾਨ ਆਗੂ ਹੈ ਸਭ ਤੋਂ ਵੱਧ ਇੱਥੋਂ ਕਿਸਾਨ ਮੋਰਚੇ ਦੇ ਵਿੱਚ ਜਾਂਦੇ ਹੈ। ਜਦੋਂ ਵੀ ਕਿਤੇ ਸੰਘਰਸ਼ ਦਾ ਬਿਗਲ ਵੱਜਦਾ ਹੈ ਤਾਂ ਕਿਸਾਨ ਯੂਨੀਅਨ ਦੇ ਸੱਦੇ 'ਤੇ ਘਰ ਘਰ ਦਾ ਬੱਚਾ ਇੱਥੋਂ ਪਹੁੰਚ ਕੇ ਨਾਲ ਸਾਡੀ ਕਿਸਾਨ ਯੂਨੀਅਨ ਦੀ ਸਪੋਰਟ ਕਰਦਾ ਹੈ। ਸਾਨੂੰ ਬੜੀ ਖੁਸ਼ੀ ਮਿਲਦੀ ਹੈ। ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਅਸੀਂ ਇੱਥੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ, ਇਸ ਪਿੰਡ ਦੇ ਵਿੱਚ ਕੋਈ ਕ੍ਰਾਂਤੀਕਾਰੀ ਖੂਨ ਹੈ ਜਾਂ ਕੋਈ ਇਸ ਪਿੰਡ ਦੇ ਵਿੱਚ ਕੋਈ ਐਸੀ ਲਹਿਰ ਹੀ ਐਸੀ ਚੱਲੀ ਹੋਈ ਸੀ ਪਹਿਲਾਂ ਜਿਹਦੇ ਕਰਕੇ ਸਾਨੂੰ ਇੱਥੋਂ ਰੋੜੀ ਕਪੂਰਾ ਦਾ ਇੰਨਾ ਅੰਦੋਲਨਾਂ ਵਿੱਚ ਯੋਗਦਾਨ ਦੇਖਣ ਨੂੰ ਮਿਲਦਾ? ਜੇਕਰ ਆਪਾਂ ਇੱਥੋਂ ਦੇ ਲੋਕਾਂ ਦਾ ਸਭ ਤੋਂ ਵੱਧ ਹਿੱਸਾ ਵਿਦ ਗਏ ਤਾਂ ਜਦੋਂ ਦਾ ਕਿਸਾਨ ਮੋਰਚਾ ਲੱਗਿਆ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੰਨੀ ਜਾਗਰਤੀ ਆਈ ਹੈ, ਇੰਨੀ ਕ੍ਰਾਂਤੀ ਆਈ ਹੈ, ਲੋਕਾਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ ਹੈ।
ਅੱਜ ਤੋਂ ਪਹਿਲਾਂ ਕੀ ਹੁੰਦਾ ਸੀਗਾ, ਕੋਈ 2-3 ਸਾਲ 5-7 ਸਾਲ ਪਹਿਲਾਂ ਹਰ ਇੱਕ ਬੰਦਾ ਚਾਹੁੰਦਾ ਸੀਗਾ ਵੀ ਮੈਂ ਕਿਸੇ ਪੋਲੀਟੀਕਲ ਲੀਡਰ ਦੇ ਨਾਲ ਜੁੜਾਂ ਤਾਂ ਮੈਂ ਕਿਤੇ ਗਾਹੇ ਬਗਾਹੇ ਉਹ ਤੋਂ ਕੰਮ ਲੈ ਲਿਆ ਕਰੂੰਗਾ। ਪਰ ਜਦੋਂ ਦੀ ਕਿਸਾਨ ਯੂਨੀਅਨ ਹੋਂਦ ਦੇ ਵਿੱਚ ਆਈ ਆ, ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ, ਤਾਂ ਜਿੰਨੇ ਨੌਜਵਾਨ ਹੈ, ਨੌਜਵਾਨਾਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ ਹੈ। ਮੈਂ ਤਾਂ ਹੈਰਾਨ ਹੁੰਨਾ ਵੀ ਸਾਡੇ ਜਿਹੜੇ ਹੁਣ ਨੌਜਵਾਨ ਵੀਰ ਹੈ ਉਹ ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਬਣਾਈ ਬੈਠੇ ਵੀ ਜਦੋਂ ਵੀ ਕੋਈ ਇਲੈਕਸ਼ਨ ਆਉਣਾ ਹੈ, ਅਸੀਂ ਕੋਈ MLA ਦਾ ਜਾਂ MP ਦਾ ਇਲੈਕਸ਼ਨ ਆਉਣਾ ਹੈ, ਤਾਂ ਕਿਸੇ ਵੀ ਅਸੀਂ ਬੰਦੇ ਨੇ ਕਿਸੇ ਪਾਰਟੀ ਦਾ ਝੰਡਾ ਨਹੀਂ ਲਾਉਣਾ, ਤੇ ਸਾਨੂੰ ਸਭ ਤੋਂ ਵੱਧ ਖੁਸ਼ੀ ਹੋਊਗੀ ਵੀ ਅਸੀਂ ਆਪਣੀ ਕਿਸਾਨ ਯੂਨੀਅਨ ਦਾ ਘਰ ਘਰ ਦੇ ਵਿੱਚ ਝੰਡਾ ਲਾਵਾਂਗੇ। ਇੰਨਾ ਲੋਕ ਜਾਗਰੂਕ ਹੋ ਗਏ ਆ, ਇੰਨਾ ਲੋਕ ਇਹਨਾਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ। ਡਾਕਟਰ ਸਾਹਿਬ ਹੁਣੇ ਹੀ ਗੱਲ ਕੀਤੀ ਕਿ ਸਾਡੀ ਜਦੋਂ ਦੀਆਂ ਯੂਨੀਅਨਾਂ ਆਈਆਂ ਸਾਡੇ ਪਿੰਡ ਦੇ ਵਿੱਚ, ਤੇ ਇਸ ਪਿੰਡ ਦੇ ਲੋਕ ਕਦੋਂ ਤੋਂ ਯੂਨੀਅਨਾਂ ਦੇ ਨਾਲ ਇਹ ਜੁੜੇ ਹੋਏ ਆ? ਜੀ ਜੇਕਰ ਯੂਨੀਅਨ ਦੇ ਨਾਲ ਜੁੜੇ ਵਿਦਗੇ ਤਾਂ ਲਗਭਗ ਯੂਨੀਅਨਾਂ ਅੱਜ ਤੋਂ 10 ਸਾਲ ਪਹਿਲਾਂ ਕੰਮ ਕਰ ਰਹੀਆਂ, ਤੇ ਜਦੋਂ ਲੋਕਾਂ ਨੂੰ ਸਮਝਾਉਂਦੇ ਹੁੰਦੇ ਸੀ, ਅਸੀਂ ਵੀ ਵਿੱਚ ਹੁੰਦੇ ਸੀਗੇ, ਤਾਂ ਲੋਕ ਬਹੁਤਾ ਭਰੋਸਾ ਨਹੀਂ ਮੰਨਦੇ ਸੀਗੇ ਵੀ ਇਸ ਤਰ੍ਹਾਂ ਸਰਕਾਰਾਂ ਕਿਵੇਂ ਕਰ ਲੈਣਗੀਆਂ, ਪ੍ਰਾਈਵੇਟ ਮੰਡੀਆਂ ਕਿਵੇਂ ਆ ਜਾਣਗੀਆਂ, ਤੇ ਲੋਕਾਂ ਨੂੰ ਦਿਹਾੜੀ ਕਰਨੀ ਪਊਗੀ, ਆਪ ਡੱਬੇ ਦੂਜਾ ਰੋਟੀ ਵਾਲੇ ਡੱਬੇ ਲੈ ਕੇ ਕੰਮ ਤੇ ਜਾਣਾ ਪਿਆ ਕਰੂਗਾ। ਉਦੋਂ ਲੋਕ ਲਗਭਗ ਨਾ ਗੱਪ ਮੰਨਦੇ ਸੀਗੇ। ਪਰ ਜਦੋਂ ਦੇ ਸਰਕਾਰਾਂ ਨੇ ਸਾਰੇ ਸਾਨੂੰ ਇਹ ਤਜਰਬੇ ਵਿਖਾ ਦਿੱਤੇ ਹੈ, ਤਾਂ ਲਗਭਗ ਹੁਣ ਸਾਲ ਕੁ ਦਾ ਮਹਿਸੂਸ ਕਰਦੇ ਸੀ ਲੋਕ ਵੀ ਇਸ ਤਰ੍ਹਾਂ ਦੇ ਕਾਨੂੰਨ ਆ ਰਹੇ ਆ। ਪਰ ਜਦੋਂ ਤੋਂ ਹੁਣ 6 ਮਹੀਨਿਆਂ ਦਾ ਇਹ ਸਰਕਾਰ ਨੇ ਕਰੋਨਾ ਦੇ ਵਿੱਚ ਇਹ ਕਾਨੂੰਨ ਲਾਗੂ ਕਰ ਦਿੱਤਾ, ਉਸ ਤੋਂ ਬਾਅਦ ਲੋਕਾਂ ਨੂੰ ਮਤਲਬ ਕੰਨ ਖੁੱਲ੍ਹ ਗਿਆ, ਜਾਗਰੂਕ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੋ ਅੱਜ ਤੋਂ 10 ਸਾਲ ਪਹਿਲਾਂ ਸਾਡੇ ਕਿਸਾਨ ਆਗੂ ਸਾਨੂੰ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਡੱਬਾ ਚੱਕ ਕੇ ਮਜ਼ਦੂਰ ਵਾਂਗੂ ਦਿਹਾੜੀ ਜਾਇਆ ਕਰਾਂਗੇ, ਤਾਂ ਉਹ ਸੱਚਮੁੱਚ ਹੀ ਹਾਲਾਤ ਬਣਦੇ ਜਾਂਦੇ ਆ। ਤਾਂ ਇਸ ਜਦੋਂ ਘਰ ਘਰ ਲੋਕਾਂ ਨੂੰ ਜਾਗਰੂਕ ਹੋ ਗਿਆ, ਤਾਂ ਫਿਰ ਲੋਕਾਂ ਨੇ ਲੱਕ ਬੰਨ੍ਹ ਕੇ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਆਪਣੇ ਜਿੰਨੇ ਵੀ ਸਾਡੇ ਨਗਰ ਦੇ ਕਿਸਾਨ ਆਗੂ ਹੈ ਉਹਨਾਂ ਦੇ ਨਾਲ ਸੰਘਰਸ਼ ਤੇ ਜਾਣ ਦਾ ਤਹਈਆ ਕੀਤਾ ਹੋਇਆ ਹੈ। ਡਾਕਟਰ ਸਾਹਿਬ ਇੱਥੋਂ ਇਸ ਪਿੰਡ ਤੋਂ ਜਿੱਥੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਹੁੰਦੀ ਹੈ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ, ਤੇ ਬਜ਼ੁਰਗਾਂ ਦੀ ਵੀ ਵੱਡੀ ਸ਼ਮੂਲੀਅਤ ਹੈ, ਤੇ ਉੱਥੇ ਇਸ ਪਿੰਡ ਤੋਂ ਬੀਬੀਆਂ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਅੰਦੋਲਨ ਦੇ ਵਿੱਚ ਪਹੁੰਚ ਰਹੀਆਂ। ਉਹਨਾਂ ਦੇ ਉਤਸ਼ਾਹ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦਾ ਤਾਂ ਇੱਕ ਤਾਂ ਜੀ ਜਿੰਨਾ ਵੀ ਸੋਸ਼ਲ ਮੀਡੀਆ ਹੈ, ਇਹ ਜਦੋਂ ਨੌਜਵਾਨ ਸੁਣਦੇ ਆ, ਘਰਾਂ ਦੇ ਵਿੱਚ ਸਾਡੀਆਂ ਬੱਚੀਆਂ ਵੀ ਭੈਣਾਂ ਵੀ ਪੜ੍ਹੀਆਂ ਲਿਖੀਆਂ, ਨੂੰਹਾਂ ਪੜ੍ਹੀਆਂ ਲਿਖੀਆਂ, ਉਹ ਜਦੋਂ ਫੁਰਸਤ ਦੇ ਪਲ ਮਿਲਦੇ ਆ ਤਾਂ ਉਹਨਾਂ ਨੂੰ ਜਦੋਂ ਸੋਸ਼ਲ ਮੀਡੀਆ 'ਤੇ ਇਹ ਸਾਰੀ ਜਾਣਕਾਰੀ ਮਿਲਦੀ ਹੈ। ਇੱਕ ਤਾਂ ਸਭ ਤੋਂ ਵੱਡਾ ਕਾਰਨ ਇਹ ਹੈ। ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਵੀ ਸਾਡੀਆਂ ਭੈਣਾਂ ਨੇ, ਮਾਤਾਵਾਂ ਨੇ ਆਪਣੇ ਬੱਚੇ ਪੜ੍ਹਾ ਕੇ, ਉਹਨਾਂ ਦਾ ਇੱਕ ਸੁਪਨਾ ਹੁੰਦਾ ਸੀਗਾ ਵੀ ਬੱਚੇ ਨੂੰ ਕਿਸੇ ਜੋਬ 'ਤੇ ਲਾਵਾਂਗੇ, ਸਰਕਾਰੀ ਸਰਵਿਸ 'ਤੇ ਲਾਵਾਂਗੇ। ਪਰ ਜਦੋਂ ਦਾ ਸਰਕਾਰ ਦਾ ਇਹ ਵਤੀਰਾ ਵੇਖ ਲਿਆ ਹੈ ਵੀ ਤੇ ਬੱਚੇ M.Tech ਕਰਕੇ ਵੀ ਉਹਨਾਂ ਨੂੰ ਕੋਈ ਨੂੰ 8,000 ਮਿਲਦਾ, ਕਿਸੇ ਨੂੰ 10,000 ਮਿਲਦਾ ਹੈ, ਤਾਂ ਉਹ ਸਾਡੇ ਜਿਹੜੇ ਮਾਤਾਵਾਂ ਦੇ ਭੈਣਾਂ ਦੇ ਸੁਪਨੇ ਸੀ ਉਹ ਵੀ ਚਕਨਾਚੂਰ ਹੋ ਗਏ। ਤਾਂ ਫਿਰ ਉਹਨਾਂ ਨੂੰ ਇੱਕੋ ਹੀ ਹੁਣ ਸਾਨੂੰ ਇਹ ਰਾਹ ਮਿਲਿਆ ਹੈ ਵੀ ਜੇ ਅਸੀਂ ਸਾਰੇ ਜਥੇਬੰਦ ਹੋ ਕੇ ਸੰਘਰਸ਼ ਕਰਾਂਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੋਟੀ ਖਾ ਸਕਾਂਗੇ, ਤੇ ਨਹੀਂ ਤਾਂ ਸਰਕਾਰ ਨੇ ਸਾਨੂੰ ਭਿਖਾਰੀ ਬਣਾ ਦੇਣਾ। ਹੁਣੇ ਜੀ ਸਾਨੂੰ ਡਾਕਟਰ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਇਸ ਪਿੰਡ ਦੇ ਵਿੱਚ ਇੰਨੀ ਕ੍ਰਾਂਤੀ ਵਾਲੀ ਲਹਿਰ ਕਿਉਂ ਹੈ ਤੇ ਇੰਨੇ ਨੌਜਵਾਨ ਕ੍ਰਾਂਤੀ ਦੇ ਨਾਲ ਕਿਉਂ ਜੁੜੇ ਹੋਏ ਆ। ਇਹਦਾ ਸਭ ਤੋਂ ਵੱਡਾ ਕਾਰਨ ਡਾਕਟਰ ਸਾਹਿਬ ਸੋਸ਼ਲ ਮੀਡੀਆ ਨੂੰ ਮੰਨਦੇ ਆ ਕਿ ਇੱਥੋਂ ਦਾ ਨੌਜਵਾਨ ਪੜ੍ਹਿਆ ਲਿਖਿਆ ਹੋਣ ਕਰਕੇ ਤੇ ਆਪਣੇ ਫਰਜ਼ ਸਮਝਦਾ, ਤੇ ਆਪਣੀ ਜਿਹੜੀ ਜਿੱਥੇ ਹੱਕਾਂ ਦੀ ਗੱਲ ਕਰਦਾ ਉੱਥੇ ਆਪਣੇ ਫਰਜ਼ਾਂ ਦੀ ਵੀ ਪਛਾਣ ਹੈ ਇੱਥੋਂ ਦੇ ਨੌਜਵਾਨਾਂ ਨੂੰ। ਹੁਣ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਸ਼ਮੀਰ ਸਿੰਘ ਜੀ ਹੈਗੇ ਆ, ਤੇ ਇਹਨਾਂ ਤੋਂ ਵੀ ਅਸੀਂ ਪੁੱਛਦੇ ਹਾਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਚੱਲ ਰਿਹਾ ਤੇ ਭਾਰਤ ਦੀ ਸਰਕਾਰ ਇਸ ਕਿਸਾਨੀ ਅੰਦੋਲਨ ਨੂੰ ਹਲੇ ਤੱਕ ਗੌਲ ਨਹੀਂ ਰਹੀ। ਉਸ ਤਰੀਕੇ ਨਾਲ ਜਿਹੜੇ ਨਾਲ ਗੱਲ ਕਰਨੀ ਚਾਹੀਦੀ ਸੀ ਹੁਣ ਤਾਂ ਗੱਲਬਾਤ ਵੀ ਬੰਦ ਕਰ ਚੁੱਕੇ ਆ। ਤੇ ਆਪਾਂ ਪੁੱਛਦੇ ਹਾਂ ਕਿ ਇਹਨਾਂ ਦਾ ਹੁਣ ਉਹ ਕੀ ਅਗਲੇ ਪਲਾਨਿੰਗ ਹੈਗੀਆਂ ਇਹਨਾਂ ਜਥੇਬੰਦੀਆਂ ਦੀਆਂ, ਤੇ ਇਹਨਾਂ ਦੇ ਨਾਲ ਆਪਾਂ ਇਹ ਵੀ ਵਿਚਾਰ ਚਰਚਾ ਕਰਾਂਗੇ ਕਿ ਯੂਨੀਅਨਾਂ ਇੱਕ ਕਿਉਂ ਨਹੀਂ ਹੈਗੀਆਂ ਸਾਰੀਆਂ। ਕਸ਼ਮੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ ਸਟਾਰ TV ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜਿਨ੍ਹਾਂ ਨੇ ਸਾਡੇ ਆ ਕੇ ਹਾਜ਼ਰੀ ਲਵਾਈ ਆ।
ਕਸ਼ਮੀਰ ਸਿੰਘ ਜੀ, ਹੁਣੇ ਹੀ ਮੈਂ ਗੱਲ ਕੀਤੀ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀ, ਸਾਡੀ ਭਰਪੂਰ ਇਸ ਪਿੰਡ ਦੀ ਯੋਗਦਾਨ ਹੈਗਾ ਸਾਰੀਆਂ ਜਥੇਬੰਦੀਆਂ ਦਾ ਕਿਸਾਨ ਅੰਦੋਲਨ ਦੇ ਵਿੱਚ। ਕਿਸਾਨ ਅੰਦੋਲਨ ਨੂੰ ਭਾਰਤ ਦੀ ਸਰਕਾਰ ਨੇ ਹਜੇ ਗੌਲਿਆ ਨਹੀਂ ਜਿਵੇਂ ਗੌਲਣਾ ਚਾਹੀਦਾ ਸੀ। ਪਹਿਲਾਂ ਗੱਲਬਾਤ ਹੁੰਦੀ ਸੀ, ਉਹ ਵੀ ਗੱਲਬਾਤ ਵੀ ਬੰਦ ਹੋ ਗਈ। ਹੁਣ ਤੁਸੀਂ ਕੀ ਸਮਝਦੇ ਹੋ ਵੀ ਇਹ ਜਿਹੜਾ ਅੰਦੋਲਨ ਹੈ ਇਹ ਹੁਣ ਕਿੱਥੇ ਕੁ ਖੜਾ ਹੈ? ਇਹ ਅੰਦੋਲਨ ਖੜਾ ਨਹੀਂ, ਇਹ ਹੈਗਾ, ਚੱਲਦਾ ਹੀ ਆ। ਇਹ ਜਿੰਨਾ ਜਿਹਾ ਟਾਈਮ ਜਿਹਾ ਲੱਗੀ ਜਾਂਦਾ, ਸਾਨੂੰ ਤਾਂ ਲੱਗਦਾ ਉਹਨਾਂ ਜੋਸ਼ ਵੱਧ ਹੋ ਕੇ ਇਕੱਠ ਵੱਧ ਜਾਂਦਾ। ਜਿਹੜੀ ਜਥੇਬੰਦੀਆਂ ਦੀ ਗੱਲ ਆ ਵੀ ਹੁਣ ਕਿੱਥੇ ਜੇ ਜਾਣਗੀਆਂ, ਅਸੀਂ ਬੈਠਾਂਗੇ ਜਿੰਨਾ ਚਿਰ ਨਹੀਂ ਮੰਨਦੇ। ਇਹ ਕੋਈ ਪਹਿਲੀ ਵਾਰ ਸਾਡੇ ਨਾਲ ਹੋਣ ਨਹੀਂ ਲੱਗਿਆਗਾ। ਇਹ ਤੋਂ ਪਹਿਲਾਂ ਇੱਕ ਐਕਟ ਬਣਿਆ ਸੀ 1900, ਉਸ ਵੇਲੇ ਵੀ ਇਹੋ ਜਿਹੇ ਕਾਨੂੰਨ ਹੀ ਬਣੇ ਸੀਗੇ। ਉਸ ਵੇਲੇ ਚਾਚਾ ਅਜੀਤ ਸਿੰਘ ਅੱਗੇ ਆਇਆ ਸੀਗਾ ਅਤੇ ਉਸ ਨੇ ਇਹ ਸਰਕਾਰਾਂ ਨੂੰ ਭਜਾਇਆ ਸੀ। 4 ਸਾਲ ਚੱਲੇ ਸੀ ਉਸ ਪਗੜੀ ਸੰਭਾਲ ਜੱਟਾਂ ਅੰਦੋਲਨ। ਸੰਭਾਲ ਜੱਟਾ, ਪਗੜੀ ਸੰਭਾਲ ਜੱਟਾ ਉਸ ਵੇਲੇ ਗੀਤ ਸੀਗਾ, ਫਿਰ ਨਾਅਰਾ ਬਣ ਗਿਆ ਸੀ। ਇਹ ਅੰਦੋਲਨ ਚੱਲੂਗਾ, ਇਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਊਗੀ। ਅਸੀਂ ਜਿਹੜੀਆਂ ਜਥੇਬੰਦੀਆਂ, ਜੇ ਬੇਸ਼ੱਕ ਸਾਡੇ ਵੱਖਰੇ ਵੱਖਰੇ ਨਾਂ, ਬੇਸ਼ੱਕ ਸਾਡੇ ਵੱਖਰੇ ਵੱਖਰੇ ਵਿਚਾਰ ਆ, ਪਰ ਅਸੀਂ ਇੱਕ ਮੁੱਦੇ 'ਤੇ ਲੜਦੇ ਹਾਂ। ਅਸੀਂ ਇੱਥੋਂ ਇੱਕ ਤੁਸੀਂ ਗੱਲ ਕਰ ਰਹੇ ਹੋ, ਅਸੀਂ ਇੱਕ ਮੁੱਦੇ ਤੇ ਲੜ ਰਹੇ ਹਾਂ ਤੇ ਇੱਕ ਹੀ ਹੈਗੇ ਹੋ, ਤੇ ਕਿਸਾਨੀ ਦੀ ਗੱਲ ਹੀ ਕਰਦੇ ਆ ਸਾਰੇ। ਹੁਣੇ ਡਾਕਟਰ ਸਾਹਿਬ ਨਾਮ ਲੈ ਰਹੇ ਸੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ। ਏਕਤਾ ਵਾਲਾ ਨਾਮ ਤਾਂ ਹੈਗੇ ਆ, ਪਰ ਏਕਤਾ ਹੈ ਨਹੀਂ ਗੀ। ਇਹ ਨਜ਼ਰ ਕਿਉਂ ਨਹੀਂ ਆਉਂਦੀ? ਇਹ ਜੀ ਗੱਲ ਇਹ ਆ, ਇੱਕ ਪਰਿਵਾਰ ਦੇ ਵਿੱਚ ਕਈ ਭਰਾ ਹੁੰਦੇ ਆ, ਉਹਨਾਂ ਭਰਾਵਾਂ ਦਾ ਇੱਕੋ ਹੀ ਨਾਂ ਨਹੀਂ ਹੁੰਦਾ। ਕਿਸੇ ਦਾ ਨਾ ਮੱਖਣ ਸਿਉਂ ਹੁੰਦਾ, ਕਿਸੇ ਦਾ ਰਾਮ ਸਿਉਂ ਹੁੰਦਾ, ਕਿਸੇ ਦਾ ਕਸ਼ਮੀਰ ਸਿਉਂ ਹੁੰਦਾ, ਵੱਖਰੇ ਵੱਖਰੇ ਨਾਂ ਹੁੰਦੇ ਆ। ਅਸੀਂ ਇੱਕ ਪਰਿਵਾਰ ਆ, ਇੱਕ ਪਰਿਵਾਰ ਦੇ ਵਿੱਚ ਨਾਂ ਹੈਗੇ ਆ ਵੱਖਰੇ ਵੱਖਰੇ, ਅਸੀਂ ਇੱਕ ਆ। ਚਲੋ ਅਸੀਂ ਤਾਂ ਕਹਿੰਦੇ ਆ ਪਰਿਵਾਰ ਨਾਂ ਵੱਖਰੇ ਵੱਖਰੇ ਵੀ ਚਲੋ ਠੀਕ ਹੈ, ਪਰਿਵਾਰ ਇੱਕ ਬਣਿਆ ਰਵੇ ਤਾਂ ਬਹੁਤ ਵਧੀਆ ਹੁੰਦਾ ਹੈ। ਇੱਕ ਇਹ 'ਚ ਹੀ ਬਰਕਤ ਹੈ। ਜਿਵੇਂ ਅਸੀਂ ਪਹਿਲਾਂ ਇੱਕ ਛੋਟੇ ਹੁੰਦਿਆਂ ਨੇ ਕਹਾਣੀ ਸਕੂਲ ਦੇ ਵਿੱਚ ਸਿਖਾਉਂਦੇ ਸੀ ਕਿ ਜੇ ਇੱਕ ਡੱਕਾ ਹੋਵੇ ਤਾਂ ਉਹਨੂੰ ਤੋੜ ਦਿੰਦੇ, ਤੇ ਫਿਰ ਮਾਸਟਰ ਇੱਕ ਕਹਿੰਦੇ ਵੀ ਬੰਨ੍ਹ ਕੇ ਦਿੰਦਾ ਸੀ ਗੱਠੀ, ਉਹ ਤੋੜੀ ਨਹੀਂ ਜਾਂਦੀ ਸੀ। ਤੇ ਤੁਹਾਨੂੰ ਕੀ ਲੱਗਦਾ ਵੀ ਆਪਸ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਦੀਆਂ ਵਿਚਾਰਧਾਰਾਵਾਂ ਕਈ ਮੁੱਦਿਆਂ 'ਤੇ ਨਹੀਂ ਰਲਦੀਆਂ, ਤੇ ਉਹਨਾਂ ਕਿਤੇ ਸਰਕਾਰ ਉਹਨਾਂ ਨੂੰ ਤਾਂ ਨਹੀਂ ਲੈ ਕੇ ਵੀ ਕਿਸਾਨ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਬਹਿਕਾਵੇ ਦੇ ਵਿੱਚ ਲੈ ਲੂਗੀ ਜਾਂ ਆਪਸ ਵਿੱਚ ਤੋੜਨ ਦੀ ਕੋਸ਼ਿਸ਼ ਕਰੂਗੀ? ਨਹੀਂ ਜੀ, ਕੋਈ ਟੁੱਟਣ ਵਾਲਾ ਨਹੀਂ। ਸਾਰਿਆਂ ਦਾ ਇੱਕੋ ਮੁੱਦਾ, ਇੱਕੋ ਤਰ੍ਹਾਂ ਚੱਲਦੇ ਆ। ਸਾਰਿਆਂ ਦੀ ਇੱਕੋ ਮੀਟਿੰਗ ਹੁੰਦੀ ਆ। ਜਿਹੜਾ ਸੰਯੁਕਤ ਕਿਸਾਨ ਮੋਰਚਾ, ਜੇ ਉੱਥੋਂ ਜਿਹੜਾ ਮੈਸੇਜ ਆਉਂਦਾ ਉਹੀ ਚੱਲਦਾ, ਵੱਖਰਾ ਵੱਖਰਾ ਕੋਈ ਨਹੀਂ ਗਾ। ਮਤਲਬ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਮੈਸੇਜ ਹੈ ਉਹਨੂੰ ਸਾਰੀਆਂ ਜਥੇਬੰਦੀਆਂ ਉਹਨੂੰ ਲੈ ਕੇ ਚੱਲਦੀਆਂ। ਤੇ ਹੁਣ ਅਸੀਂ ਗੱਲ ਕਰਾਂਗੇ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਨਾਲ, ਕਿਉਂਕਿ ਇਹਨਾਂ ਦਾ ਜਿਹੜਾ ਜ਼ਿਲ੍ਹਾ ਫਰੀਦਕੋਟ ਵਿੱਚ ਹੈ, ਇੱਕ ਰਮਾਣਾ ਅਲਬੇਲ ਸਿੰਘ ਦਾ ਜਿਹੜਾ ਰੇਲਵੇ ਸਟੇਸ਼ਨ ਹੈ, ਉੱਥੇ ਇਹਨਾਂ ਦਾ ਹਲੇ ਵੀ ਧਰਨਾ ਚੱਲ ਰਿਹਾ, ਕਿਉਂਕਿ ਬਾਕੀ ਸਾਰੀਆਂ ਯੂਨੀਅਨਾਂ ਨੇ ਉੱਥੋਂ ਇਹ ਧਰਨਾ ਜਿਹੜਾ ਰੇਲਵੇ ਸਟੇਸ਼ਨਾਂ ਤੋਂ ਚੱਕ ਲਿਆ ਸੀ, ਪਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਧਰਨਾ ਹਲੇ ਵੀ ਚੱਲ ਰਿਹਾ। ਤੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਵੀ ਇਹਨਾਂ ਦਾ ਵੱਖਰਾ ਹੀ ਸਟੈਂਡ ਕਿਉਂ ਆ ਸਾਰਿਆਂ ਨਾਲੋਂ। ਹੁਣੇ ਗੱਲ ਕੀਤੀ ਸੀ ਕਿ ਏਕਤਾ ਜਿਹੜਾ ਮੈਸੇਜ ਸਾਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਆਉਂਦਾ ਸੀ ਉਹਨੂੰ ਮੰਨਦੇ ਆ। ਇਹ ਪ੍ਰਗਟ ਸਿੰਘ ਜੀ ਨੇ ਜੀ, ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਜਨਰਲ ਸੈਕਟਰੀ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸੈਕਟਰੀ ਨੇ, ਤੇ ਆਪਣੀ ਜਥੇਬੰਦੀ ਵੱਲੋਂ ਆਪਣੇ ਜਿਹੜੇ ਵਿਚਾਰ ਨੇ, ਆਪਣੀ ਜਥੇਬੰਦੀ ਦੇ ਜਿਹੜੇ ਵਿਚਾਰ ਨੇ ਉਹ ਦੱਸ ਰਹੇ ਨੇ। ਤੇ ਪ੍ਰਗਟ ਜੀ, ਇਹ ਵੱਖਰਾ ਚੱਲਣ ਦਾ ਕੀ ਕਾਰਨ ਹੈ ਵੀ ਵੱਖਰਾ ਕਿਉਂ ਸਟੈਂਡ ਲਿਆ ਗਿਆ? ਨਹੀਂ ਸਰ, ਇਹ ਵੱਖਰਾ ਨਹੀਂ, ਕਿਉਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਰੇਲਵੇ ਸਟੇਸ਼ਨਾਂ ਦੇ ਉੱਪਰ ਧਰਨੇ ਜਥੇਬੰਦੀਆਂ ਨੇ ਇਹੀ 32 ਜਥੇਬੰਦੀਆਂ ਨੇ ਇਹ ਉਲੀਕੇ ਸੀਗੇ। ਉਹਨਾਂ ਦੇ ਉਲੀਕਣ ਦੇ ਹਿਸਾਬ ਦੇ ਨਾਲ ਹੀ ਜਿਹੜਾ ਅੱਜ ਵੀ ਧਰਨਾ ਰਮਾਣਾ ਅਲਬੇਲ ਸਿੰਘ ਵਾਲਾ ਨਹੀਂ, ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਉਸੇ ਤੱਕ ਧਰਨੇ ਉੱਥੇ ਵੀ ਚੱਲ ਰਹੇ ਆ। ਔਰ ਜਿਵੇਂ ਦਿੱਲੀ ਦੇ ਵਿੱਚ ਆ, ਉੱਥੇ ਵੀ ਜਿਹੜੇ ਸਾਡੇ ਸਾਥੀ ਆ ਉਹ ਵੀ ਲਗਾਤਾਰ ਉਹ ਦਿੱਲੀ ਮੋਰਚੇ ਦੇ ਵਿੱਚ ਪਹੁੰਚ ਰਹੇ ਆ। ਭਾਰਤੀ ਕਿਸਾਨ ਯੂਨੀਅਨ ਜਿੱਥੇ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਅੰਦੋਲਨ ਕਰ ਰਹੀਆਂ, ਆਪਣੇ ਆਪਣੇ ਪ੍ਰਦਰਸ਼ਨ ਕਰ ਰਹੀਆਂ ਤੇ ਇਕੱਠੀਆਂ ਵੀ ਪ੍ਰਦਰਸ਼ਨ ਕਰ ਰਹੀਆਂ, ਬਹੁਤ ਸਾਰੀਆਂ ਸਿਆਸੀ ਪਾਰਟੀਆਂ ਵੀ ਆਪਣੇ ਤੌਰ ਤੇ ਆਪੋ ਆਪਣੇ ਪਾਰਟੀਆਂ ਦੇ ਹਿਸਾਬ ਦੇ ਨਾਲ ਕਿਸਾਨ ਅੰਦੋਲਨ, ਕਿਸਾਨਾਂ ਦੇ ਹੱਕ 'ਚ ਰੈਲੀਆਂ, ਕਿਸਾਨਾਂ ਦੇ ਹੱਕ 'ਚ ਰੋਡ ਸ਼ੋਅ ਕਰ ਰਹੇ ਆ। ਅੱਜ ਵੀ ਇੱਕ ਵੱਡੀ ਰੈਲੀ ਸਿਆਸੀ ਪਾਰਟੀ ਵੱਲੋਂ ਹੋਈ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਿਆਸੀ ਪਾਰਟੀਆਂ ਤੇ? ਜਿਹੜੀਆਂ ਸਿਆਸੀ ਪਾਰਟੀਆਂ ਉਹ ਪਿਛਲੇ ਲੰਮੇ ਸਮੇਂ ਤੋਂ 70 ਸਾਲ ਤੋਂ ਜੇ ਗੱਲ ਕਰੀਏ, ਲਗਾਤਾਰ ਉਹ ਜਿਹੜਾ ਵੋਟਾਂ ਦਾ
ਸਿਲਸਿਲਾ ਇਸੇ ਤਰ੍ਹਾਂ ਚਲਾ ਰਹੀਆਂ ਤਾਂ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ 2022 ਦੀਆਂ ਵੋਟਾਂ ਨੂੰ ਲੈ ਕੇ ਉਹ ਕਿਸਾਨਾਂ ਦੇ ਹੱਕ ਵਿੱਚ ਖੜ ਰਹੇ ਆ। ਪਰ ਕਿਸਾਨ ਆ ਜਿਹੜਾ ਜਾਗਰਿਤ ਹੋ ਚੁੱਕਾ ਵੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਕਦੇ ਵੀ ਕਿਸਾਨ ਦਾ ਭਲਾ ਨਹੀਂ ਕਰ ਸਕਦੀਆਂ। ਜੇ ਕਿਸਾਨ ਦਾ ਭਲਾ ਹੋ ਸਕਦਾ ਤਾਂ ਇੱਕੋ ਇੱਕ ਸੰਘਰਸ਼ਾਂ ਦਾ ਰਾਹ ਜੋ ਦਿੱਲੀ ਦੀਆਂ ਬਰੂਹਾਂ ਤੇ ਲੋਕ ਡਟੇ ਹੋਏ ਆ ਤਾਂ ਉੱਥੇ ਮੋਰਚੇ ਜਿੱਤੇ ਜਾ ਸਕਦੇ ਆ, ਅਸੀਂ ਆਪਦੇ ਹੱਕ ਪ੍ਰਾਪਤ ਕਰ ਸਕਦੇ ਆ। ਇਹਨਾਂ ਪਾਰਟੀਆਂ ਤੋਂ ਸਾਨੂੰ ਕੋਈ ਝਾਕ ਨਹੀਂ, ਇਹ ਡਰਾਮੇ ਹੋ ਰਹੇ ਆ ਔਰ ਲਗਾਤਾਰ ਇਹ ਡਰਾਮੇ ਅੱਜ ਹੀ ਨਹੀਂ ਪਿਛਲੇ 6-7 ਮਹੀਨਿਆਂ ਤੋਂ ਲਗਾਤਾਰ ਕੋਈ ਨਾ ਕੋਈ ਕਾਂਗਰਸ ਕਦੇ ਅਕਾਲੀ ਕਦੇ ਆਮ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਕਿਸਾਨ ਦੇ ਹੱਕੀ ਹੋਣ ਦਾ ਜਿਹੜਾ ਕਰ ਰਹੇ ਆ। ਪਰ ਇਹ ਕਿਸਾਨ ਦੇ ਜਿਹੜੇ ਵਿਰੋਧੀ ਆ ਔਰ ਲਗਾਤਾਰ ਇਹ ਕਿਸਾਨ ਨੂੰ ਘਾਟੇ ਵੱਲ ਲੈ ਕੇ ਗਏ ਆ। ਕਿਸਾਨ ਹੀ ਨਹੀਂ ਮਜ਼ਦੂਰ ਹਰ ਵਰਗ ਨੂੰ ਇਹਨਾਂ ਨੇ ਜਿਹੜਾ ਘਾਟੇ ਵੱਲ ਲੈ ਕੇ ਗਏ ਆ। ਇਹ ਕਿਸਾਨ ਦਾ ਕਦੇ ਭਲਾ ਨਹੀਂ ਕਰ ਸਕਦੇ। ਤਾਂ ਲੋਕਾਂ ਨੂੰ ਜਿਹੜਾ ਆਮ ਲੋਕ ਆ ਜਿਹੜੇ ਉਹਨਾਂ ਨੂੰ ਸੰਘਰਸ਼ਾਂ ਦੇ ਰਾਹ ਤੇ ਚੱਲ ਕੇ ਹੀ ਕੁਛ ਨਾ ਕੁਛ ਪ੍ਰਾਪਤ ਹੋ ਸਕਦਾ, ਬਾਕੀ ਇਹਨਾਂ ਤੋਂ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਇਹ ਤਾਂ ਲਗਾਤਾਰ ਜਿਵੇਂ ਲਾਰੇ ਲੱਪੇ ਚੱਲਦੇ ਆ ਰਹੇ ਆ ਕਿਉਂਕਿ ਇਹਨਾਂ ਨੂੰ ਵੋਟਾਂ ਦਿਖਦੀਆਂ ਅੱਗੇ ਆਉਣ ਵਾਲੀਆਂ, ਇਸੇ ਵਾਸਤੇ ਇਹ ਲਗਾਤਾਰ ਡਰਾਮੇ ਕਰਦੇ ਆ, ਕਦੇ ਟਰੈਕਟਰਾਂ ਤੇ ਕਦੇ ਹੋਰ ਮਾਰਚ ਕਰਦੇ ਆ। ਅਸਲ ਦੇ ਵਿੱਚ ਜੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਹੁੰਦੇ ਤੇ ਜਦੋਂ ਇਹ ਕਾਨੂੰਨ ਆਏ ਸੀ ਤੇ ਇਹ ਭਲੀ ਭੱਤ ਪਾਰਟੀਆਂ ਜਿਹੜੀਆਂ ਜਾਣੂ ਸੀਗੀਆਂ ਬਕਾਇਦਾ ਇਹ ਉੱਥੇ ਮੌਜੂਦ ਸੀਗੀਆਂ ਤਾਂ ਇਹ ਉਦੋਂ ਹੱਕ ਦੇ ਵਿੱਚ ਕਿਸਾਨ ਦੇ ਜੇ ਹੁੰਦੇ ਤਾਂ ਜ਼ਰੂਰ ਨਾਅਰਾ ਮਾਰਦੇ। ਇਹ ਤਾਂ ਮਤਲਬ ਲੰਘੇ ਸਮੇਂ ਦੇ ਮਗਰੋਂ ਜਿਹੜਾ ਡਰਾਮਾ ਜ਼ਰੂਰ ਕਰ ਰਹੇ ਆ, ਹੋਰ ਕੁਝ ਨਹੀਂ ਹੈ ਇਹਨਾਂ ਦਾ। ਹੁਣੇ ਡਾਕਟਰ ਸਾਹਿਬ ਨੇ, ਡਾਕਟਰ ਜਲੰਧਰ ਨੇ ਕਿਹਾ ਸੀ ਕਿ ਸਾਡੇ ਨੌਜਵਾਨਾਂ ਨੇ, ਸਾਡੇ ਪਿੰਡ ਦੇ ਲੋਕਾਂ ਨੇ ਇੱਥੋਂ ਤੱਕ ਤਹਈਆ ਕਰ ਲਿਆ ਹੈਗਾ ਕਿ ਵੀ ਅਸੀਂ ਜਿਹੜੇ 2022 ਦੇ ਇਲੈਕਸ਼ਨ ਆਉਣਗੇ ਕਿਸੇ ਪਾਰਟੀ ਦਾ ਝੰਡਾ ਹੀ ਨਹੀਂ ਲਾਵਾਂਗੇ। ਤੇ ਫਿਰ ਝੰਡਾ ਹੀ ਨਹੀਂ ਲਾਉਂਗੇ ਕਿ ਵੋਟ ਵੀ ਨਹੀਂ ਪਾਉਂਗੇ ਕਿ ਵੋਟ ਕਿ ਪਾਰਟੀਆਂ ਨੂੰ ਹੀ ਪਾਉਂਗੇ? ਦੇਖੋ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈਗਾ ਉਹ ਤਾਂ ਆਪਦਾ ਹਰ ਇਨਸਾਨ ਦਾ ਉਹਦਾ ਅਧਿਕਾਰ ਆ, ਉਹ ਕਿਤੇ ਵੀ ਪਾ ਸਕਦਾ। ਅਸੀਂ ਵੋਟ ਨਹੀਂ ਕਹਿ ਰਹੇ ਉਹਨਾਂ ਨੂੰ ਵੀ ਪਾਓ ਨਾ ਜਾਂ ਪਾਓ ਜਾਂ ਇਸ ਪਾਰਟੀ ਨੂੰ ਪਾਓ, ਪਰ ਜਿਸ ਤੱਕ ਡਾਕਟਰ ਸਾਹਿਬ ਨੇ ਵੀ ਗੱਲ ਕਰੀ ਆ ਵੀ ਜਿਹੜੀਆਂ ਕਿਸੇ ਵੀ ਪਾਰਟੀ ਦਾ ਅਸੀਂ ਝੰਡਾ ਨਹੀਂ ਲਾਵਾਂਗੇ ਜਾਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਣਗੇ, ਇਹ ਇਸ ਵਾਰ ਨਹੀਂ ਹੋਣ ਜਾ ਰਿਹਾ। ਜਦੋਂ ਪਿਛਲੇ ਸਾਲ ਵੀ ਇਸੇ ਜਗ੍ਹਾ ਦੇ ਉੱਪਰ ਤਿੰਨੇ ਪਾਰਟੀਆਂ ਦੇ ਵੱਖਰੇ ਵੱਖਰੇ ਲੀਡਰ ਆਏ ਆ ਤਾਂ ਉਹਨਾਂ ਨੂੰ ਇਸ ਜਗ੍ਹਾ ਤੇ ਬਿਠਾ ਕੇ ਸਵਾਲ ਜਵਾਬ ਕੀਤੇ ਗਏ ਆ। ਲਗਾਤਾਰ ਜਿਹੜੇ ਬੜਾ ਮਤਲਬ ਨੌਜਵਾਨ ਵੀ ਸਾਡੇ ਬਜ਼ੁਰਗ ਵੀ ਸਾਰਿਆਂ ਨੇ ਬੜਾ ਸਾਥ ਦਿੱਤਾ ਤੇ ਇਕੱਲੇ ਇਕੱਲੇ ਲੀਡਰ ਨੂੰ ਇੱਥੇ ਜਿਹੜਾ ਬਿਠਾ ਕੇ, ਜਦੋਂ ਪਿੱਛੇ ਵੀ 2017 ਦੇ ਕਰੀਬ 17 ਦੇ ਵਿੱਚ ਵੀ ਹੁਣ ਸੀਗੀਆਂ ਵੋਟਾਂ, ਉਦੋਂ ਵੀ ਲਗਾਤਾਰ ਜਿਹੜੇ ਲੀਡਰ ਇੱਥੇ ਆਏ ਆ ਤਾਂ ਉਹਨਾਂ ਨੂੰ ਸਵਾਲ ਕੀਤੇ ਗਏ ਆ। ਤੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ 22 ਦਾ ਉਹ ਵੀ ਐਸੇ ਹੀ ਮਤਲਬ ਸੱਥ ਦੇ ਵਿੱਚ ਇਹਨਾਂ ਨੇ ਆਉਣਾ ਹੈਗਾ ਤੇ ਇੱਥੇ ਸਵਾਲ ਜਵਾਬ ਹੋਣਗੇ। ਇੱਥੇ ਉਹਨਾਂ ਤੋਂ ਜੋ ਨਤਾਰਾ ਉਹ ਪੁੱਛਿਆ ਜਾਊਗਾ ਵੀ ਜੇ ਉਹ ਕਿਸਾਨ ਦੇ ਇਹ ਮਤਲਬ ਹੱਕ ਦੇ ਵਿੱਚ ਹੈਗੇ ਆ ਤੇ ਫਿਰ ਕੀ ਕੀਤਾ ਉਹਨਾਂ ਨੇ ਕਿਸਾਨ ਵਾਸਤੇ। ਮੰਨ ਲਓ 2022 ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ, ਕੀ ਫਿਰ ਕਿਸਾਨ ਜਿਹੜੀਆਂ ਜਥੇਬੰਦੀਆਂ ਉਹ ਸਿਆਸੀ ਪਾਰਟੀਆਂ ਦੇ ਖਿਲਾਫ ਆਪਣੇ ਕੈਂਡੀਡੇਟ ਖੜੇ ਕਰ ਸਕਦੀਆਂ? ਦੇਖੋ ਜਿਹੜਾ ਇਹਦੇ ਬਾਰੇ ਅਜੇ ਤੱਕ ਕੋਈ ਵੀ ਜਿਹੜਾ ਸੰਯੁਕਤ ਮੋਰਚੇ ਵੱਲੋਂ ਨਹੀਂ ਕੁਝ ਵੀ ਹੈ ਵੀ ਜਾਂ ਵੋਟਾਂ ਦੇ ਵਿੱਚ ਜਾਂ, ਕਿਉਂਕਿ ਵੋਟਾਂ ਦੇ ਨਾਲ ਜਥੇਬੰਦੀਆਂ ਦਾ ਪਹਿਲਾਂ ਤੋਂ ਲੈ ਕੇ ਕੋਈ ਸੰਬੰਧ ਨਹੀਂ ਹੈਗਾ। ਜਿੱਥੋਂ ਤੱਕ ਸੰਘਰਸ਼ ਦੀ ਗੱਲ ਹੈਗੀ ਆ ਜਾਂ ਵੀ ਕਾਲੇ ਕਾਨੂੰਨ ਵਾਪਸ ਕਰਦੇ ਆ ਜਾਂ ਨਹੀਂ ਕਰਦੇ, ਤਾਂ ਲਗਾਤਾਰ ਅਸੀਂ ਦਿੱਲੀ ਦੇ ਵਿੱਚ ਡਟੇ ਹੋਏ ਆ, ਪੰਜਾਬ ਦੇ ਵਿੱਚ ਡਟੇ ਆ, ਪੂਰੇ ਭਾਰਤ ਦੇ ਵਿੱਚ ਜਿਹੜੇ ਕਿਸਾਨ ਆ ਮਜ਼ਦੂਰ ਆ ਦੁਨੀਆ ਜਿੰਨੇ ਵੀ ਵਰਗ ਆ ਉਹ ਡਟੇ ਹੋਏ ਆ। ਔਰ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਇਸੇ ਤੱਕ ਅਸੀਂ ਇਸੇ ਰਸਤੇ 'ਤੇ ਐਂ ਡਟੇ ਰਵਾਂਗੇ ਤੇ ਸੰਘਰਸ਼ਾਂ ਹੀ ਚੱਲਦੇ ਰਹਿਣਗੇ। ਤੇ ਦਿੱਲੀ ਤਾਂ ਉਦੋਂ ਤੱਕ ਉੱਥੇ ਮੋਰਚੇ ਜਿਹੜੇ ਪੱਕੇ ਕਿਸਾਨਾਂ ਦੇ ਹੋ ਚੁੱਕੇ ਆ, ਪ੍ਰਬੰਧ ਜਿਹੜਾ ਉਹ ਗਰਮੀ ਦਾ ਕਾਰਨ ਵੀ ਪੂਰਾ ਪੱਕਾ ਹੋ ਚੁੱਕਿਆ। ਜਿਵੇਂ ਜਿਵੇਂ ਸੰਯੁਕਤ ਮੋਰਚਾ ਕੋਈ ਵੀ ਸਾਨੂੰ ਕਾਲ ਦਿੰਦਾ ਉਹਨੂੰ ਅਸੀਂ ਪਿੰਡ ਦੇ ਵਿੱਚੋਂ ਹੀ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ ਤੇ ਅਲੱਗ-ਅਲੱਗ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਰੋੜੀਕਪੂਰੇ ਦੇ ਵਿੱਚ ਹੈਗੀਆਂ ਵੱਧ ਤੋਂ ਵੱਧ ਸਾਥ ਆ ਜਿਹੜਾ ਉਸ ਮੋਰਚੇ ਦਾ ਦੇ ਰਹੇ ਹਾਂ। ਬਹੁਤ ਬਹੁਤ ਧੰਨਵਾਦ ਬਾਈ ਜੀ। ਤੇ ਹੁਣ ਅਸੀਂ ਗੱਲ ਕਰਾਂਗੇ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੇ ਨਾਲ ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਾਡੇ ਨਾਲ ਹਾਜ਼ਰ ਹੈ ਜੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਬੂਟਾ ਸਿੰਘ ਜੀ। ਤੇ ਬੂਟਾ ਸਿੰਘ ਜੀ ਹੁਣੇ ਹੀ ਤੁਹਾਡੇ ਸਾਥੀ ਦੱਸ ਕੇ ਗਏ ਆ ਆਪਣੀ ਜਥੇਬੰਦੀ ਦੇ ਬਾਰੇ, ਖੁੱਲ੍ਹ ਕੇ ਵਿਚਾਰ ਆਪਣੇ ਦੱਸ ਕੇ ਗਏ ਆ। ਤੇ ਹੁਣੇ ਹੀ ਮੇਰੀ ਗੱਲ ਹੋ ਰਹੀ ਸੀ ਕਿ ਇਸ ਪਿੰਡ ਦੇ ਵਿੱਚ ਜਿਹੜੇ ਨਿਊਜ਼ ਚੈਨਲ ਹੈਗੇ ਆ ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ, ਉਹਨਾਂ ਦੇ ਵੀ ਖਿਲਾਫ ਕੋਈ ਮਤਾ ਹੈਗਾ? ਮੋਦੀ ਦੇ ਉਹ ਮੀਡੀਆ ਦੇ ਖਿਲਾਫ ਤਾਂ ਸਾਡੇ ਕੋਲੇ ਮਤਾ ਤਾਂ ਇੱਥੇ ਤਾਂ ਉਹ ਆਉਂਦੇ ਹੀ ਨਹੀਂਗੇ, ਉਹ ਤਾਂ ਆਪਦੇ ਬੈਠੇ ਹੀ ਉੱਥੇ ਭਾਸ਼ਣ ਕਰਦੇ ਆ ਕਿਉਂਕਿ ਉਹਨਾਂ ਨੇ ਮੋਟਾ ਚੜਾਵਾ ਚੜ੍ਹਦਾ, ਉਹਨਾਂ ਦੀ ਪੱਖ 'ਚ ਗੱਲ ਕਰਨੀ ਆ। ਤੇ ਇੱਕੀ ਦੁੱਕੀ ਜਿਹੜੇ ਮਤਲਬ ਕਿ ਤੁਸੀਂ ਆ ਸਾਡੇ ਭਰਾ ਵੀ ਇਹ ਵੀ ਹੁਣ ਚੱਲੇ ਆ ਜਿਹੜੇ ਮਤਲਬ ਕਿ ਸਾਡੀ ਪੱਖ ਦੀ ਗੱਲ ਕਰਨ ਲੱਗੇ ਆ, ਜਾਂ ਕੁਝ ਸਾਡੇ ਉੱਥੇ ਦਿੱਲੀ ਆਉਂਦੇ ਆ ਉਹੀ ਪੰਜਾਬ ਵਾਲੇ ਜਿਹੜੇ ਸਾਡੇ ਹੱਕ 'ਚ ਗੱਲ ਕਰਦੇ ਆ। ਦੂਜੇ ਤਾਂ ਸਾਰੇ ਅਹੁਦੇ ਲਏ ਆ ਉਹਨਾਂ ਦੇ, ਅੱਜ ਤੱਕ ਵੇਖ ਲਓ ਜੀ ਨਿਊਜ਼ ਵਾਲੇ ਵੇਖ ਲਓ ਰਾਜਪਾਲ ਸਾਹਿਬ ਦੇ ਵਿੱਚ ਮੈਂਬਰ ਬਣੇ ਬੈਠੇ ਆ, ਡੱਕਮੇ ਰੁਪਈਏ ਚੜ੍ਹਦੇ ਆ, ਉਹ ਤਾਂ ਅਡਾਨੀ ਬਾਨੀ ਦੇ ਹੀ ਖਰੀਦੇ ਆ,
ਉਹ ਤਾਂ ਅਡਾਨੀ ਬਾਨੀ ਦੇ ਖਰੀਦੇ ਕਰਕੇ ਹੀ ਸਰਕਾਰਾਂ ਬਣਦੀਆਂ। ਉਹ ਤਾਂ ਮੀਡੀਆ ਦੇ ਸਿਰ ਤੇ ਸਾਰੀਆਂ ਸਰਕਾਰਾਂ ਬਣਦੀਆਂ। ਸਾਡੇ ਪੱਖ 'ਚ, ਕਿਸਾਨ ਦੇ ਪੱਖ 'ਚ ਤਾਂ ਉਹ ਆਉਂਦੇ ਹੀ ਨਹੀਂ। ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ ਜਾ ਰਿਹਾ, ਖਾਲਿਸਤਾਨੀ ਵੀ ਕਿਹਾ ਜਾ ਰਿਹਾ, ਤੇ ਇਹ ਮੀਡੀਆ ਵੱਲੋਂ ਤੁਹਾਨੂੰ ਜਿਹੜਾ ਪ੍ਰੈਜ਼ੈਂਟ ਕੀਤਾ ਜਾ ਰਿਹਾ ਉਹਦੇ ਖਿਲਾਫ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਪ੍ਰਿਪੇਅਰ ਕਰਦੇ ਹੋ, ਕਿਵੇਂ ਆਪਣੀ ਤਿਆਰੀ ਕਰਦੇ ਹੋ ਵੀ ਲੋਕ ਬਹਿਕਾਵੇ ਦੇ ਵਿੱਚ ਨਾ ਆਉਣ? ਜਥੇਬੰਦੀਆਂ 3 ਆ ਸਾਡੇ ਕੋਲੇ, ਗਰਾਹਾਂ, ਸਿੱਧੂਪੁਰ ਤੇ ਡਕਾਉਂਦਾ। ਸਾਡੀਆਂ ਜਥੇਬੰਦੀਆਂ 3 ਦੀ ਉੱਥੇ ਟਰੈਕਟਰ ਆ, 3 ਦੇ 20 25 ਬੰਦੇ ਜਾਂਦੇ ਆ। ਹੁਣ ਵੀ ਇਹ ਯੂਥ ਜੋ ਜਾ ਰਿਹਾ 23 ਤਰੀਕ ਨੂੰ, ਉਹਦੇ ਵਿੱਚੋਂ ਘੱਟੋ ਘੱਟ 100 ਮਤਲਬ ਯੂਥ ਜਾ ਰਿਹਾ ਇੱਥੋਂ। ਆਦਮੀ 10-40 ਵਾਲੀ ਸਵੇਰੇ ਰਾਤ ਨੂੰ ਜਾਣਗੇ ਉੱਥੇ ਸੰਘਰਸ਼ ਦੇ ਵਿੱਚ। ਜਿਹੜੇ ਤੁਸੀਂ ਮੀਡੀਆ ਦੀ ਗੱਲ ਕਰ ਰਹੇ ਵੀ ਉਹਨਾਂ ਦੇ ਖਿਲਾਫ ਹਜੇ ਅਸੀਂ ਬਿਜੀ ਆ। ਵੈਸੇ ਉਹ ਤਾਂ ਸਾਰਿਆਂ ਨੂੰ ਮਤਲਬ ਜਿਹੜੇ ਜੋ ਵੀ ਆਪਣੇ ਇੱਧਰਲੇ ਹੈਗੇ ਆ ਕਿਸਾਨ, ਉਹਨਾਂ ਨੂੰ ਇਸ ਮੀਡੀਆ ਬਾਰੇ ਪਤਾ ਹੀ ਆ, ਕਿਉਂਕਿ ਪੁਰਾਣਾ ਹੀ ਪਤਾ। ਜਦੋਂ 2 ਵਾਰੀ ਸਰਕਾਰ ਮੋਦੀ ਦੀ ਬਣ ਗਈ ਉਦੋਂ ਦਾ ਹੀ ਪਤਾ ਹੈ ਵੀ ਜੋ ਜਿਹੜੀ ਸਰਕਾਰ ਉੱਥੇ ਕਰਦੀ ਆ ਮੀਡੀਆ, ਉਹ ਗੰਦ ਪਾਉਂਦੀ ਆ। ਸਭ ਕੁਝ ਪੈਸੇ ਨਾਲ ਹੀ ਚੱਲਦਾ। ਉਹ ਤਾਂ ਮੀਡੀਆ ਦਾ ਪੈਸੇ ਨਾਲ ਚੱਲਦਾ। ਉਹਨਾਂ ਨੂੰ ਰਕਮ ਰੁਪਈਆ ਮਿਲਦਾ, ਉਹਨਾਂ ਨੇ ਸਾਥੋਂ ਕਿਸਾਨਾਂ ਤੋਂ ਉਹਨਾਂ ਨੇ ਕੀ ਲੈਣਾ? ਕਿਸਾਨ ਦੇ ਹੱਕ ਦਾ ਗੱਲ ਕਰਦੇ ਨਹੀਂ ਉਹ ਤਾਂ ਉਹਨਾਂ ਦੇ ਹੱਕ 'ਚ ਹੀ ਗੱਲ ਕਰਨੀ ਆ। ਅਸੀਂ ਕੀ ਮਤਲਬ ਦੇ ਦਾਂਗੇ ਉਹਨਾਂ ਨੂੰ? ਉਹਨਾਂ ਨੇ ਤਾਂ ਕਰੋੜਾਂ ਰੁਪਈਆ ਚੜ੍ਹਿਆ, ਕਰੋੜਾਂ ਰੁਪਈਆ ਚੜ੍ਹਨਾ ਹੀ ਸਾਰਾ ਕੁਝ ਉਹਨਾਂ ਦਾ ਚੈਨਲ ਚੱਲਦੇ ਆ। ਉਹਨਾਂ ਦੀ ਸੁਬਹ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ, ਤੁਸੀਂ ਇੱਥੇ ਬਹਿ ਕੇ ਗੱਲ ਕਰਦੇ ਆ, ਉਹਨਾਂ ਦੇ ਕਿੱਲੇ ਦੇ ਵਿੱਚ ਚੈਨਲਾਂ ਦੇ ਦਫ਼ਤਰ ਆ, ਉੱਥੇ ਤੁਰ ਫਿਰ ਕੇ ਗੱਲਾਂ ਕਰਕੇ ਇਹਨਾਂ ਨੇ ਗੱਲਾਂ ਚੱਲਦੀਆਂ ਉਹਨਾਂ ਦੀਆਂ। ਸਾਥੋਂ ਉਹਨਾਂ ਨੇ ਕੀ ਲੈਣਾ? ਸਾਰੇ ਕੁਝ ਸਰਕਾਰਾਂ ਉਹਨਾਂ ਦੇ ਸਿਰ ਤੇ ਬਣਦੀਆਂ, ਸਾਰਾ ਕੁਝ ਉਹਨਾਂ ਦੇ ਸਿਰ ਤੇ ਹੁੰਦਾ। ਉਹਨਾਂ ਦੇ ਪੱਖ ਦੀ ਗੱਲ ਕਰਦੇ ਆ। ਕਿਸਾਨਾਂ ਨੂੰ ਤਾਂ ਅੱਤਵਾਦੀ ਵੀ ਕਹਿੰਦੇ ਆ, ਨਕਸਲਵਾਦੀ ਵੀ ਕਹਿੰਦੇ ਆ, ਸਾਰਾ ਕੁਝ ਹੀ ਕਹਿੰਦੇ ਆ। ਹੁਣ ਤਾਂ ਸਾਨੂੰ ਨੂੰ ਅੱਤਵਾਦੀ ਦਿੰਦੇ ਹੀ ਜਦੋਂ ਅਸੀਂ ਉਹਨਾਂ ਦਾ ਪੇਟ ਭਰਦੇ ਉਦੋਂ ਅੱਤਵਾਦੀ ਨਹੀਂ ਦਿੰਦੇ ਸੀ ਉਹ। ਇੱਕ ਬਾਈ ਜੀ, ਕਲਕੱਤੇ ਦੇ ਵਿੱਚ, ਬੰਗਾਲ ਦੇ ਵਿੱਚ ਚੋਣਾਂ ਹੈਗੀਆਂ, ਹੋਰ ਵੀ 4-5 ਰਾਜਾਂ ਦੇ ਵਿੱਚ ਚੋਣਾਂ ਹੈਗੀਆਂ, ਤੇ ਉੱਥੇ ਕਿਸਾਨ ਆਗੂ ਉਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਗਏ ਵੀ ਹੈਗੇ ਆ। ਤੁਹਾਨੂੰ ਕੀ ਲੱਗਦਾ ਇਹ ਜਿਹੜਾ ਨਜ਼ਰੀਆ ਜਿਹੜਾ ਕਿਸਾਨ ਆਗੂਆਂ ਦੀ, ਇਹ ਰਣਨੀਤੀ ਹੈ ਜਿਹੜੀ, ਉਹ ਫਰਕ ਪਾਊਗੀ ਇਸ ਸਰਕਾਰ ਤੇ, ਕੋਈ ਅਸਰ ਦਿਖਾਊਗੀ? ਜਿਹੜੀ ਅਸਰ ਦੀ ਗੱਲ ਕਰਦੇ ਆ, ਜਿਹੜੀ ਖਰੀਦ ਦੀ ਗੱਲ ਆ ਨਾ, ਖਰੀਦ ਤਾਂ ਪਹਿਲਾਂ ਹੀ ਹੈ ਨਹੀਂਗੀ। ਦੂਜੇ ਸਟੇਟਾਂ ਦੇ ਵਿੱਚ ਤਾਂ ਖਰੀਦ, ਸਰਕਾਰੀ ਖਰੀਦ ਪਹਿਲਾਂ ਹੀ ਹੈ ਨਹੀਂਗੀ। ਇੱਕ ਪੰਜਾਬ ਆ, ਹਰਿਆਣਾ, ਕੁਝ ਰਾਜਸਥਾਨ ਆ, ਉੱਥੇ ਤਾਂ ਪਹਿਲਾਂ ਹੀ ਲੁੱਟ ਹੁੰਦੀ ਆ। ਉੱਥੇ ਤਾਂ ਸਾਰੇ 1000 ਰੁਪਏ ਨੂੰ, ਜੋ ਇੱਥੇ ਕੁਲਚੇ ਵਾਲਾ ਆਉਂਦਾ, ਜੋ ਇੱਥੇ ਗੋਲ ਗੱਪਿਆਂ ਵਾਲਾ ਆਉਂਦਾ, ਉੱਥੋਂ ਸਾਰੇ 1000 ਰੁਪਏ 800 ਰੁਪਏ ਦਾ ਝੋਨਾ ਉਹਨਾਂ ਦਾ ਵੱਧ ਖਰੀਦੀਦਾ ਹੀ ਨਹੀਂਗਾ। ਉਹ ਤਾਂ ਸਾਰੇ ਮਥਾਜ ਹੀ ਇਹਨਾਂ ਦੇ ਹੁੰਦੇ। ਜੋ ਲੀਡਰ ਪਿੰਡ ਦਾ ਹੁੰਦਾ ਉਹਦੇ ਮਗਰ ਲੱਗਦੇ, ਜੇ ਕੋਈ ਜ਼ਿਲ੍ਹੇ ਦਾ ਆ ਗਿਆ ਉਹਦੇ ਮਗਰ ਲੱਗੀ ਜਾਂਦੇ ਆ। ਅਨਪੜ੍ਹਤਾ ਵਾਲੀ ਆ ਇੱਕ, ਮਤਲਬ ਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਵੀ ਖਰੀਦ ਸਰਕਾਰੀ ਕੀ ਹੁੰਦੀ ਆ, ਪ੍ਰਾਈਵੇਟ ਦਾ। ਪ੍ਰਾਈਵੇਟ ਜਿੰਨੀ ਲਾ ਦਿੰਦੇ ਆ ਉਹ ਬਹੁਤ ਲਾ ਦਿੰਦੇ ਆ, ਉੱਥੋਂ ਆ ਕੇ ਚੱਕ ਕੇ ਲੈ ਜਾਂਦੇ 700 ਨੂੰ, 800 ਨੂੰ, 900 ਨੂੰ, 1000 ਨੂੰ। ਉਹ ਤਾਂ ਪੂਰਾ ਭਾਈ ਦਿੰਦੇ ਨਹੀਂ। ਆਪਣਾ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਜਿਹੜੀਆਂ ਸਟੇਟ ਮਤਲਬ ਹੈਗਾ, ਜਾਂ ਯੂਪੀ ਆ ਕੁਛ, ਉੱਥੇ ਹੀ ਖਰੀਦ ਹੁੰਦੀ ਸੀ ਸਰਕਾਰੀ। ਆਪਣਾ 2000 ਨੂੰ ਵਿਕਦਾ, ਉਹਨਾਂ ਦਾ ਤਾਂ ਪਹਿਲਾਂ ਹੀ 1000 ਨੂੰ ਵਿਕਦਾ। ਉਹਨਾਂ ਨੂੰ ਇਹਦੇ ਬਾਰੇ ਜੋ ਆਪਣੀ ਗਿਣਤੀ ਜਾ ਕੇ ਕਹਿੰਦੇ ਆ ਕਿਸਾਨ, ਉਹਨਾਂ ਦੇ ਬਾਰੇ ਵੀ ਜੋ ਵੀ ਖਿਲਾਫ ਉਹਨਾਂ ਦੇ ਕਹਿੰਦੇ ਵੀ ਇਹਨਾਂ ਨੂੰ ਵੋਟਾਂ ਨਾ ਪਾਓ। ਆਪਾਂ ਤਾਂ ਕਹਿੰਦੇ ਵੀ ਬਹੁਤ ਅਸਰ ਪਊਗਾ ਉਹਨਾਂ ਤੇ, ਪੈਣਾ ਚਾਹੀਦਾ ਹੀ ਆ। ਪਰ ਅਨਪੜ੍ਹਤਾ ਜ਼ਿਆਦਾ ਹੈ। ਅਨਪੜ੍ਹਤਾ ਹੋਣਾ ਕਰਕੇ ਮਤਲਬ ਕਿ ਮੌਕੇ 'ਤੇ ਭਰਾਵੇ 'ਚ ਲੋਕਾਂ ਦੀਆਂ ਗੱਲਾਂ ਦੇ ਵਿੱਚ, ਜੋ ਕਿ ਪਿੰਡ ਦੇ ਵਿੱਚ, ਹਲਕੇ ਦੇ ਵਿੱਚ ਸਰਪੰਚ ਮੈਂਬਰ ਹੁੰਦੇ ਆ, ਉਹਨਾਂ ਦੇ ਪਿੱਛੇ ਲੱਗ ਕੇ ਲੋਕ ਵੋਟਾਂ ਪਾ ਦਿੰਦੇ ਆ। ਆਪਣੇ ਵੀ ਹੁੰਦੀ ਆ, ਉਹੀ ਗੱਲ ਆਪਣੀ ਹੁੰਦੀ ਆ। ਲੋਕ ਚਾਪਲੂਸ ਦੀ ਮਤਲਬ ਲੋਕਾਂ ਨੂੰ ਆਦਤ ਆ, ਉਹ ਕਰਦੇ ਆ, ਹੁਣ ਵੀ ਕਰਦੇ ਹੀ ਰਹਿਣਗੇ। ਉਹ ਤਾਂ ਜਿਹੜੇ ਜਥੇਬੰਦੀਆਂ ਉਹ ਅੱਜ ਵੀ ਨਹੀਂ ਕਰਦੀਆਂ, ਕੱਲ੍ਹ ਵੀ ਨਹੀਂ ਕਰਦੀਆਂ। ਕੁਝ % ਜਿਹੜੇ ਬੰਦੇ ਹੁੰਦੇ ਆ ਦੂਜੀ ਜਨਤਾ ਨੂੰ ਮਗਰ ਲਾ ਲੈਂਦੇ ਆ। ਜਿੱਥੇ ਕਿਸਾਨੀ ਦੀ ਗੱਲ ਆਉਂਦੀ ਹੈ ਤੇ ਉੱਥੇ ਕਿਸਾਨੀ ਦੇ ਨਾਲ ਮਜ਼ਦੂਰ ਵੀ ਜੁੜ ਜਾਂਦਾ ਹੈ, ਕਿਉਂਕਿ ਕਿਸਾਨੀ ਮਜ਼ਦੂਰੀ ਤੋਂ ਬਿਨਾ ਹੋ ਨਹੀਂ ਸਕਦੀ, ਤੇ ਮਜ਼ਦੂਰ ਦਾ ਤੇ ਕਿਸਾਨ ਦਾ ਰਿਸ਼ਤਾ ਇੱਕ ਅਹਿਮ ਰਿਸ਼ਤਾ ਹੁੰਦਾ ਹੈ। ਤੇ ਅੱਜ ਸਾਡੇ ਨਾਲ ਸ਼ਾਮਿਲ ਹੈ ਜੀ ਮਜ਼ਦੂਰ ਪਰਿਵਾਰ 'ਚੋਂ ਹੀ ਇੱਕ ਨੌਜਵਾਨ ਹੈਗੇ ਆ, ਤੇ ਇਹ ਆਪਣੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨਾਲ ਜੁੜੇ ਹੋਏ ਆ, ਤੇ ਇਹ ਵੀ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾ ਰਹੇ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਕੀ ਨਾਂ ਜੀ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਤੇ ਬਈ ਜੀ, ਜਦੋਂ ਕਿਸਾਨੀ ਦੀ ਗੱਲ ਆਉਂਦੀ ਆ, ਖੇਤੀ ਦੀ ਗੱਲ ਆਉਂਦੀ ਹੈ, ਤਾਂ ਇਹਦੇ ਵਿੱਚ ਵੱਡਾ ਹਿੱਸਾ ਮਜ਼ਦੂਰਾਂ ਦਾ ਵੀ ਹੁੰਦਾ ਹੈ। ਮਜ਼ਦੂਰਾਂ ਨੂੰ ਵੀ ਬਹੁਤ ਸਾਰਾ ਕੰਮ ਖੇਤੀ 'ਚੋਂ ਮਿਲਦਾ ਹੈ, ਤੇ ਤੁਸੀਂ ਇਹਦੇ ਵਿੱਚ ਕਿਵੇਂ ਆਪਣਾ ਯੋਗਦਾਨ ਪਾ ਰਹੇ ਹੋ ਅੰਦੋਲਨ ਦੇ ਵਿੱਚ? ਹਾਂਜੀ ਸਰ, ਇਹਦੇ ਵਿੱਚ ਮਜ਼ਦੂਰ ਦਾ ਯੋਗਦਾਨ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਕਿਸਾਨ ਆ ਤਾਂ ਫਿਰ ਹੀ ਮਜ਼ਦੂਰ ਆ। ਕਿਉਂਕਿ ਮਜ਼ਦੂਰ ਖੇਤੀ 'ਤੇ ਨਿਰਭਰ ਕਰਦਾ, ਖੇਤਾਂ ਦੇ ਵਿੱਚ ਉਹਨੇ ਕੰਮ ਕਰਨਾ ਹੁੰਦਾ ਹੈ, ਤੇ ਉਸ ਦਾ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਕਿਸਾਨੀ ਹੈ ਤਾਂ ਫਿਰ ਹੀ ਮਜ਼ਦੂਰੀ ਹੈ। ਤੇ ਅੱਜ ਦਾ ਜੋ ਮਸਲਾ ਚੱਲ ਰਿਹਾ ਹੈ, ਜੋ ਅੱਜ ਦਾ ਟਾਈਮ ਹੈ, ਇਸ ਟਾਈਮ ਦੇ ਵਿੱਚ ਮਜ਼ਦੂਰ ਨੂੰ ਕਿਸਾਨ ਦੇ ਨਾਲ ਖੜਨਾ ਚਾਹੀਦਾ, ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਗੱਲ ਸੱਚ ਹੈ ਕਿ ਜੇਕਰ ਕਿਸਾਨ ਖਤਮ ਹੋ ਜਾਂਦਾ ਹੈ, ਕਿਸਾਨੀ ਖਤਮ ਹੁੰਦੀ ਹੈ, ਜ਼ਮੀਨਾਂ ਸਰਕਾਰ ਦੇ ਅੰਡਰ ਹੋ ਜਾਂਦੀਆਂ, ਤਾਂ ਜਿਹੜਾ ਛੋਟੇ ਵਰਗ ਦਾ ਕਿਸਾਨ ਆ, ਲਗਭਗ ਜਿਹੜਾ 6 ਕਰੋੜ ਦੇ ਲਗਭਗ ਜਿਹੜੇ ਕਿਸਾਨ ਹੈਗੇ ਆ, ਜੇਕਰ ਉਹ
ਮਜ਼ਦੂਰ ਬਣ ਜਾਂਦੇ ਆ ਤੇ ਜਿਹੜੇ ਪਹਿਲਾਂ ਹੀ ਮਜ਼ਦੂਰ ਨੇ ਤਾਂ ਉਹ ਬੇਰੁਜ਼ਗਾਰ ਜ਼ਿਆਦਾ ਹੋ ਜਾਣਗੇ, ਕਿਉਂਕਿ ਦਿਹਾੜੀ ਕਿਤੇ ਨਹੀਂ ਮਿਲਣੀ ਤੇ ਜਿਹੜੇ ਛੋਟਾ ਕਿਸਾਨ ਆ ਉਹ ਵੀ ਦਿਹਾੜੀ ਕਰ ਲਈ ਮਜਬੂਰ ਹੋ ਜਾਊਗਾ, ਕਿਉਂਕਿ ਜੋ ਕਿ ਕੋਆਪਰੇਟ ਘਰਾਣੇ ਆ, ਜੋ ਵੱਡੀਆਂ ਮੱਛੀਆਂ ਜੋ ਹਿੰਦੁਸਤਾਨ ਨੂੰ ਖਾ ਰਹੀਆਂ, ਉਹਨਾਂ ਦਾ ਜੋ ਮੁੱਦਾ, ਜੋ ਉਹਨਾਂ ਦਾ ਮਕਸਦ ਆ, ਇਸ ਇੰਡੀਆ ਨੂੰ ਖਰੀਦ ਕੇ ਤੇ ਇਸ ਦੇ ਵਿੱਚ ਜਿਹੜੀ ਉਹਨਾਂ ਨੇ ਕੰਟਰੈਕਟ ਖੇਤੀ ਕਰਨੀ ਆ, ਉਹਦੇ ਫਾਰਮ ਬਣਾ ਕੇ ਕਈ ਏਕੜਾਂ ਦੇ ਉਹਦੇ ਵਿੱਚ ਜਿਹੜਾ ਮਸ਼ੀਨਰੀ ਤੋਂ ਕੰਮ ਕਰਵਾਇਆ ਜਾਣਾ ਤੇ ਮਜ਼ਦੂਰ ਨੂੰ ਉਹਨਾਂ ਨੇ ਬੇਰੁਜ਼ਗਾਰ ਕਰ ਦੇਣਾ। ਇਸ ਲਈ ਮਜ਼ਦੂਰ ਦਾ ਇਸ ਸੰਘਰਸ਼ ਦੇ ਵਿੱਚ ਅੱਜ ਕਿਸਾਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ। ਬਾਈ ਜੀ, ਮਜ਼ਦੂਰ ਬਿਲਕੁਲ ਕਿਸਾਨਾਂ ਦੇ ਨਾਲ ਖੜੇ ਆ। ਮਜ਼ਦੂਰ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਮਜ਼ਦੂਰ ਕੋਲੇ ਸਮਾਂ ਨਹੀਂ ਹੁੰਦਾ, ਕਿਉਂਕਿ ਇੱਕ ਦਿਨ ਜੇ ਉਹ ਮਜ਼ਦੂਰੀ ਨਹੀਂ ਕਰਦਾ ਤਾਂ ਉਹਦਾ ਢਿੱਡ ਵੀ ਉਹਨਾਂ ਦੇ ਪਰਿਵਾਰ ਦਾ ਨਹੀਂ ਭਰ ਸਕਦਾ। ਫਿਰ ਤੁਸੀਂ ਇਹ ਕਿਵੇਂ ਮੈਨੇਜ ਕਰ ਰਹੇ ਹੋ, ਢਿੱਡ ਭਰਨਾ ਵੀ ਤੇ ਸੰਘਰਸ਼ ਕਰਨਾ ਵੀ? ਬਿਲਕੁਲ, ਤੁਹਾਡਾ ਬਹੁਤ ਵਧੀਆ ਸਵਾਲ ਹੈ। ਜੇਕਰ ਆਪਾਂ ਇਹ ਚੀਜ਼ ਸੋਚ ਕੇ ਚੱਲਾਂਗੇ ਕਿ ਅੱਜ ਵੀ ਸਾਨੂੰ ਇਹ ਜ਼ਰੂਰੀ ਹੈ ਵੀ ਅੰਦੋਲਨ ਦੇ ਨਾਲ ਜੋ ਪਿੱਛੇ ਪਰਿਵਾਰ ਆ ਉਹਦਾ ਪੇਟ ਭਰਨਾ ਵੀ ਜ਼ਰੂਰੀ ਆ, ਕੰਮ ਕਰਨਾ ਵੀ ਜ਼ਰੂਰੀ ਆ, ਪਰ ਇਹ ਨਹੀਂ ਹੈਗਾ ਵੀ ਜੇਕਰ ਆਪਾਂ ਘਰ ਦੇ ਵਿੱਚ ਜੇ ਕੋਈ ਇਕੱਲਾ ਹੈਗਾ, ਜੇ ਉਹ ਸਿੰਗਲ ਹੈ ਮਜ਼ਦੂਰ, ਤਾਂ ਉਹਦੀ ਮਜਬੂਰੀ ਹੈ ਵੀ ਉਹ ਕਿਤੇ ਨਹੀਂ ਜਾ ਸਕਦਾ। ਜੇਕਰ ਘਰ ਦੇ ਵਿੱਚ 2-3 ਮੈਂਬਰ ਹੈਗੇ ਆ, ਬ੍ਰਦਰ ਹੈਗਾ, ਫਾਦਰ ਹੈਗਾ, ਤਾਂ ਉਹ ਪਿੱਛੇ ਫੈਮਿਲੀ ਨੂੰ ਸੰਭਾਲ ਸਕਦੇ ਆ, ਤਾਂ ਉਹਨਾਂ ਦਾ ਇੱਕ ਮੈਂਬਰ ਜ਼ਰੂਰ ਦਿੱਲੀ ਦੇ ਵਿੱਚ ਉੱਥੇ ਯੋਗਦਾਨ ਜਾ ਕੇ ਪਾ ਸਕਦਾ। ਇਸ ਸਥਿਤੀ ਦੇ ਨਾਲ ਜਿਹੜਾ ਆਪਾਂ ਕਿਸਾਨਾਂ ਦਾ ਜਿਹੜਾ ਸਾਥ ਆ ਉਹ ਦੇ ਸਕਦੇ ਹਾਂ। ਜੇਕਰ ਕੋਈ ਸਿੰਗਲ ਆ ਤਾਂ ਉਹਦੀ ਮਜਬੂਰੀ ਆ, ਉਹ ਪਿੰਡਾਂ ਦੇ ਵਿੱਚ ਜਿਹੜੇ ਅੰਦੋਲਨ ਹੁੰਦੇ ਆ, ਜਾਂ ਜਿੱਥੇ ਕਿਤੇ ਧਰਨੇ ਜਾਂ ਯੂਨੀਅਨਾਂ ਦੇ ਚੱਲਦੇ ਆ, ਜਾਂ ਕਿਤੇ ਸੰਘਰਸ਼ ਯੂਨੀਅਨਾਂ ਦਾ ਕਿਤੇ ਵੀ ਹੁੰਦਾ, ਤਾਂ ਉੱਥੇ ਉਹ ਟਾਈਮ ਕੱਢ ਕੇ ਕਮ ਸੇ ਕਮ ਇੱਕ ਦਿਨ ਟਾਈਮ ਕੱਢ ਕੇ ਜਾ ਸਕਦਾ। ਸਾਡੇ ਨਾਲ ਇੱਕ ਹੋਰ ਨੌਜਵਾਨ ਕਿਸਾਨ ਆਗੂ ਵੀ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੈਗੇ ਆ, ਤੇ ਇਹਨਾਂ ਤੋਂ ਜਾਣਾਂਗੇ ਕਿ ਨੌਜਵਾਨਾਂ ਦਾ ਕੀ ਯੋਗਦਾਨ ਹੈ ਕਿਸਾਨ ਅੰਦੋਲਨ ਦੇ ਵਿੱਚ, ਕਿਉਂਕਿ ਇਸ ਅੰਦੋਲਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਬਾਬਿਆਂ ਦੀਆਂ ਜਥੇਬੰਦੀਆਂ ਕਿਹਾ ਜਾਂਦਾ ਸੀ, ਤੇ ਇਹ ਜਿਹੜੀ ਹੁਣ ਇਹ ਅੰਦੋਲਨ ਚੱਲ ਰਿਹਾ, ਇਹਦੇ ਵਿੱਚ ਨੌਜਵਾਨਾਂ ਦੀ ਵੀ ਵੱਡੀ ਭੂਮਿਕਾ ਹੈ। ਬਾਈ ਜੀ, ਕੀ ਨਾਂ ਜੀ ਤੁਹਾਡਾ? ਹਰਮਨਦੀਪ ਸਿੰਘ ਹੈ ਜੀ। ਤੇ ਤੁਸੀਂ ਕਿਹੜੀ ਕਿਸਾਨ ਜਥੇਬੰਦੀ ਨੂੰ ਬਿਲੋਂਗ ਕਰਦੇ ਹੋ? ਅਸੀਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੂੰ ਬਿਲੋਂਗ ਕਰਦੇ ਹਾਂ ਜੀ। ਬਾਈ ਜੀ, ਇਸ ਜਦੋਂ ਦਾ ਇਹ ਕਿਸਾਨੀ ਅੰਦੋਲਨ ਹੁਣ ਚੱਲਿਆ, ਇਹ ਅੰਦੋਲਨ ਚੱਲ ਰਿਹਾ, ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਇਹਦੇ ਵਿੱਚ ਹੁੰਦੀ ਹੈ, ਤੇ ਪਹਿਲਾਂ ਬਾਬਿਆਂ ਦਾ ਜਥੇਬੰਦੀਆਂ ਹੀ ਕਿਹਾ ਜਾਂਦਾ ਸੀ ਕਿਸਾਨ ਜਥੇਬੰਦੀਆਂ ਨੂੰ, ਤੇ ਤੁਸੀਂ ਹੁਣ ਇਹਦੇ ਨਾਲ ਕਿਵੇਂ ਜੁੜੇ ਹੋ? ਅਸੀਂ ਤਾਂ ਵੈਸੇ ਮੈਂ ਤਾਂ ਬਹੁਤ ਚਿਰ ਤੋਂ ਜੁੜਿਆ ਜੀ, ਪਹਿਲਾਂ ਤੋਂ ਜੁੜਿਆ ਮੈਂ। ਵੈਸੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈਗੀ, ਤੇ ਬਹੁਤ ਵਧੀਆ ਗੱਲ ਆ ਵੀ ਨੌਜਵਾਨ ਹੁਣ ਸੁਚੇਤ ਹੋਏ ਆ। ਅੱਗੇ ਵੀ ਮਤਲਬ ਕਿ ਵੀ ਜਾਂਦੇ ਸੀ ਨੌਜਵਾਨ, ਪਰ ਅੱਗੇ ਥੋੜ੍ਹੇ ਘੱਟ ਸੀ। ਵੀ ਹੁਣ ਸਰਕਾਰ ਨੇ ਸਿੱਧਾ ਜਿਹੜਾ ਹੱਥ ਆ ਉਹ ਜ਼ਮੀਨਾਂ ਨੂੰ ਬਾਲਿਆ। ਹੁਣ ਨੌਜਵਾਨੀ ਨੂੰ ਵੀ ਸਾਨੂੰ ਵੀ ਪਤਾ ਵੀ ਜੇ ਮੰਨ ਕੇ ਚਲੋ ਵੀ ਸਰਕਾਰੀ ਖਰੀਦ ਹੀ ਨਾ ਰਹੀ, ਸਾਡੀਆਂ ਫਸਲਾਂ ਦੀ ਲੁੱਟ ਹੋਈ, ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੇ ਲੁੱਟਿਆ, ਤੇ ਸਾਨੂੰ ਜਦੋਂ ਸਹੀ ਵਾਜਬ ਮੁੱਲ ਨਾ ਮਿਲੇ, ਸਾਡੀ ਜਿਹੜੀ ਲਾਗਤ ਆ ਫਸਲਾਂ 'ਤੇ ਉਹ ਵੱਧ ਜੂਗੀ ਤੇ ਆਮਦਨ ਸਾਡੀ ਘੱਟ ਜੂਗੀ, ਜਿਹਦੇ ਕਾਰਨ ਫਿਰ ਸਾਡੀਆਂ ਜ਼ਮੀਨਾਂ ਵੀ ਖੁੱਸਣਗੀਆਂ, ਕਿਉਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਜ਼ਮੀਨਾਂ ਹੀ ਵੇਚਣੀਆਂ ਪੈਣਗੀਆਂ। ਇਸ ਕਰਕੇ ਨੌਜਵਾਨ ਹੁਣ ਜਾਗਰੂਕ ਹੋਏ ਆ, ਤੇ ਹੁਣ ਇਸ ਕਰਕੇ ਵੀ ਅੰਦੋਲਨ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰ ਰਿਹਾ। ਕੋਈ ਮਸਲਾ ਰੋਟੀ ਦਾ ਹੋ ਗਿਆ, ਹੁਣ ਰੋਟੀ ਦਾ ਮਸਲਾ ਹੋ ਗਿਆ ਵੀ ਜੇ ਸਾਡੇ ਕੋਲ ਜ਼ਮੀਨਾਂ ਨਹੀਂ ਰਹਿੰਦੀਆਂ ਤਾਂ ਵੀ ਸਭ ਕੁਝ ਖਤਮ ਆ। ਇਸ ਕਰਕੇ ਹੋਰ ਰੁਜ਼ਗਾਰ ਵੀ ਹੈ ਨਹੀਂ ਨੌਜਵਾਨਾਂ ਕੋਲੇ, ਨੌਕਰੀਆਂ ਵੀ ਖਤਮ ਆ, ਕਿਉਂਕਿ ਪ੍ਰਾਈਵੇਟ ਕੰਪਨੀਆਂ ਲੁੱਟ ਕਰਦੀਆਂ, 6-7 ਹਜ਼ਾਰ ਰੁਪਈਆ ਦਿੰਦੀਆਂ ਨੌਜਵਾਨਾਂ ਨੂੰ। ਇੱਕ ਇਹ ਸਾਡਾ ਪਿਤਾ ਪੁਰਖੀ ਧੰਦਾ ਖੇਤੀਬਾੜੀ ਰਹਿ ਗਈ ਸੀਗੀ, ਕਿਉਂਕਿ ਇਹ 'ਤੇ ਵੀ ਸਰਕਾਰ ਹੁਣ ਆਪਦੇ ਡਾਕਾ ਮਾਰਨ ਜਾ ਰਹੀ ਆ। ਇਸ ਕਰਕੇ ਨੌਜਵਾਨ ਜਾਗਰੂਕ ਆ, ਵੱਧ ਤੋਂ ਵੱਧ ਅੰਦੋਲਨ ਨਾਲ ਜੁੜੇ ਹੋਏ ਆ। ਇਹ ਸੀਗਾ ਜੀ, ਅਸੀਂ ਜਿਹੜੀ ਵਿਚਾਰ ਚਰਚਾ ਕਰ ਰਹੇ ਸੀਗੇ, ਪਿੰਡ ਰੋੜੀਕਪੂਰਾ, ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ, ਤੇ ਇਸ ਪਿੰਡ 'ਚ ਆਉਣ ਦਾ ਖਾਸ ਕਾਰਨ ਵੀ ਮੈਂ ਇਸੇ ਲਈ ਦੱਸਿਆ ਸੀ, ਜਿਵੇਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਸੀ ਕਿ ਇਸ ਪਿੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਬੋਲਬਾਲਾ ਹੈ। ਇਸ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਹਨ। ਜਿਵੇਂ ਅਸੀਂ ਦੇਖ ਲਿਆ, ਬਜ਼ੁਰਗਾਂ ਨੂੰ ਵੀ ਦੇਖ ਲਿਆ, ਨੌਜਵਾਨਾਂ ਨੂੰ ਵੀ ਦੇਖ ਲਿਆ, ਤੇ ਅਧਖੜ ਉਮਰ ਦੇ ਆਪਾਂ ਲੋਕਾਂ ਨੂੰ ਵੀ ਦੇਖਿਆ ਕਿ ਸਾਰੇ ਦੇ ਸਾਰੇ ਕਿਸਾਨ ਜਥੇਬੰਦੀਆਂ ਦੇ ਨਾਲ ਤਹਿ ਦਿਲੋਂ ਜੁੜੇ ਹੋਏ ਆ। ਤੇ ਬਹੁਤ ਚੰਗਾ ਵੀ ਲੱਗਿਆ ਕਿ ਸਿਆਸੀ ਪਾਰਟੀਆਂ ਦੇ ਜਿਹੜੇ ਬਹਿਕਾਵੇ ਆ, ਸਿਆਸੀ ਪਾਰਟੀਆਂ ਤੇ ਜਿਹੜੇ ਲਾਰੇ ਹੁੰਦੇ ਆ, ਉਹਨਾਂ ਤੋਂ ਸੁਚੇਤ ਹੋ ਕੇ ਹੁਣ ਨੌਜਵਾਨ ਕੀ ਪਿੰਡ ਦਾ ਹਰ ਇੱਕ ਬਸ਼ਿੰਦਾ ਆਪਣੀ ਆਵਾਜ਼ ਚੁੱਕ ਰਿਹਾ। ਤੇ ਪੰਜਾਬ ਸਟਾਰ ਟੀਵੀ ਨੂੰ ਤੁਸੀਂ ਤੁਹਾਡਾ ਅਨਮੁੱਲਾ ਸਮਾਂ ਦਿੱਤਾ, ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।